तोमर साहब की पत्नी कोले कौन गया सी, कौन शराब पी के आया? बड़ा सीधा सवाल ते आ रहा मैं थोड़े वाले। बूटा सिंह बुरजगिल, जगमोहन सिंह पटियाला, गरमीत सिंह भट्टीवाल के हुब के नशे दे विच इह गल मतलब दसदा है कि साडी इन्नी चढ़त हो गई कि तोमर दे घर वाली आपदे हत्थी पैग पा के सानू शराब पिआउंदी रही। ਜਿਹੜੀ ਜੋਗਿੰਦਰ ਸਿੰਘ ਉਰਾਹਾਂ ਦੀ ਇਹ ਚਿੱਠੀ ਹੈ ਉਹਦਾ ਸਾਰ ਤੱਤ ਇਹ ਆ ਕਿ ਤੁਸੀਂ ਕੱਲੀ ਐਮਐਸਪੀ ਦੇ ਦਿਓ ਤੇ ਤਿੰਨੇ ਕਾਨੂੰਨ ਲਾਗੂ ਕਰ ਲਓ। ਇਸ ਚਿੱਠੀ ਕਹਿ ਰਹੀ ਹੈ ਜੋਗਿੰਦਰ ਸਿੰਘ ਉਰਾਹਾਂ ਦੇ ਜ਼ਬਾਨੀ ਹੈ ਕਿ ਸਾਡੇ ਸਾਰੇ ਆਗੂਆਂ ਦੀ ਹਾਜ਼ਰੀ 'ਚ ਇਹਨਾਂ ਨੇ ਇਹ ਗੱਲ ਕਹੀ ਹੈ। ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਪੋਜੀਸ਼ਨ ਹੈ। ਤੁਹਾਡਾ ਜ਼ੋਰ ਉਸ ਵੇਲੇ ਦੀਪ ਸਿੱਧੂ ਨੂੰ ਗਦਾਰ ਕਹਿਣ ਤੇ ਲੱਗਿਆ ਰਿਹਾ, ਪਰ ਗਦਾਰ ਤਾਂ ਤੁਹਾਡੇ ਆਪਣੇ ਸੀ। ਗਦਾਰ ਤਾਂ ਉਹ ਲੋਕ ਸੀ ਜਿਹੜੇ ਤੁਸੀਂ ਅੱਜ ਆਪ ਸਬੂਤ ਦੇ ਰਹੇ ਹੋ ਵੀ ਜਾਂਦੇ ਰਹੇ ਤੇ ਸ਼ਰਾਬ ਪੀਂਦੇ ਰਹੇ। ਆਰਗੇਨਾਈਜੇਸ਼ਨ ਛੱਡ ਦਿੰਦੇ ਤੁਸੀਂ। ਸੰਘਰਸ਼ ਵੱਡਾ ਸੀ ਕਿ ਜਥੇਬੰਦੀ ਵੱਡੀ ਸੀ? ਤੁਸੀਂ ਉਸੇ ਵੇਲੇ ਵਿਰੋਧ ਕਿਉਂ ਨਹੀਂ ਕੀਤਾ? ਤੁਸੀਂ ਉਸੇ ਵੇਲੇ ਸਟੈਂਡ ਕਿਉਂ ਨਹੀਂ ਲਿਆ? ਜਿਸ ਜਥੇਬੰਦੀ ਦਾ ਪ੍ਰਧਾਨ ਜਾ ਕੇ ਉਸ ਵੇਲੇ ਮੰਤਰੀ ਦੀ ਘਰਵਾਲੀ ਨਾਲ ਸ਼ਰਾਬ ਪੀ ਰਿਹਾ ਹੋਵੇ, ਉਹ ਜਥੇਬੰਦੀ ਇੰਪੋਰਟੈਂਟ ਸੀ ਜਾਂ ਘੋਲ ਇੰਪੋਰਟੈਂਟ ਸੀ? ਤੁਸੀਂ ਤਾਂ ਹਮੇਸ਼ਾ ਕਹਿੰਦੇ ਆਏ ਹੋ ਸੰਘਰਸ਼ ਤੋਂ ਵੱਡਾ ਕੋਈ ਨਹੀਂ। ਉਸ ਵੇਲੇ ਬੂਟਾ ਸਿੰਘ ਬੁਰਜਗਿਲ ਨੂੰ ਲਾਂਭੇ ਕਿਉਂ ਨਹੀਂ ਕੀਤਾ ਗਿਆ? ਫਿਰ ਇੱਕ ਬੰਦੇ ਦੀ ਜਿਹਦੀ ਫੋਟੋਆਂ ਸਿਰਫ ਮੋਦੀ ਨਾਲ ਆਈਆਂ ਉਸ ਬੇਸਿਸ ਤੇ ਉਹ ਗਦਾਰ ਹੋ ਗਿਆ। ਇੱਕ ਬੰਦਾ ਜਿਹੜਾ ਜਾ ਕੇ ਸ਼ਰਾਬ ਪੀਂਦਾ ਰਿਹਾ ਉਹ ਮੋਰਚੇ ਦੇ ਵਿੱਚੋਂ ਹੀਰੋ ਬਣ ਕੇ ਨਿਕਲਿਆ। ਕੀ ਇਹ ਸੱਚ ਸੀਗਾ ਕਿ ਕਈ ਆਗੂਆਂ ਦੇ ਦਿਮਾਗ ਤੇ ਜਿਹੜੀ ਅੰਦੋਲਨ ਦੀ ਸ਼ੌਹਰਤ ਹੈ ਉਹ ਚੜ੍ਹ ਗਈ ਸੀ? ਲੋਕਾਂ ਨੇ ਫੈਸਲਾ ਕਰਨਾ ਹੈ ਉਹਨਾਂ ਨੇ ਹੀਰੋ ਮੰਨਣਾ ਹੈ ਕਿ ਗਦਾਰ ਮੰਨਣਾ ਹੈ। ਕਿ ਦੀਪ ਸਿੱਧੂ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਅਸੀਂ ਨਹੀਂ ਹਾਂ। ਮਹਿਮਾ ਸਾਹਿਬ ਬਕਾਇਦਾ ਡਕੌਂਦਾ ਦੇ ਪੇਜ ਤੇ ਪੋਸਟ ਪਈ ਹੈ, ਸ਼ਾਇਦ ਜੇ ਅੱਜ ਉਹ ਡਿਲੀਟ ਨਾ ਹੋਈ ਹੋਵੇ ਤਾਂ ਮੈਂ ਕੱਢ ਸਕਦਾ। ਵੀਕੇਯੂ ਡਕੌਂਦਾ ਦਾ ਸੋਸ਼ਲ ਮੀਡੀਆ ਤੁਸੀਂ ਜਾਂ ਤੁਹਾਡੇ ਪਰਿਵਾਰਕ ਮੈਂਬਰ ਚਲਾ ਰਹੇ ਸੀ, ਇਹ ਸੱਚ ਹੈ? ਦੀਪ ਸਿੱਧੂ ਨੂੰ ਲੈ ਕੇ ਜਥੇਬੰਦੀ ਦਾ ਕੀ ਸਟੈਂਡ ਸੀ? ਜਿਸ ਬੰਦੇ ਦੀ ਸਿਰਫ ਮਹਿਜ਼ ਮੋਦੀ ਨਾਲ ਫੋਟੋਆਂ ਆਈਆਂ ਤੇ ਉਹਨੂੰ ਗਦਾਰ ਕਿਹਾ ਗਿਆ ਕਿ ਬੀਜੇਪੀ ਦਾ ਪਲਾਂਟਡ ਬੰਦਾ ਹੈ, ਤਾਂ ਫਿਰ ਗਦਾਰ ਕੌਣ ਸੀ? ਮੈਂ ਤੁਹਾਡੇ ਮੂੰਹੋਂ ਇਹ ਸੁਣਨਾ ਚਾਹੁੰਦਾ। ਲੋਕ ਤਾਂ ਤੈਅ ਕਰ ਚੁੱਕੇ ਨੇ ਮਹਿਮਾ ਸਾਹਿਬ। ਮੱਕੜ ਸਾਹਿਬ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਦਾ ਸੂਬੇ ਦਾ ਪ੍ਰਧਾਨ ਹੈ ਬੂਟਾ ਸਿੰਘ ਬੁਰਜਗਿਲ। ਮਹਿਮਾ ਸਾਹਿਬ ਇਹ ਗੱਦਾਰੀ ਨਹੀਂ ਹੈ ਪੰਜਾਬ ਦੇ ਲੋਕਾਂ ਨਾਲ? ਮੈਂ ਤਾਂ ਨਹੀਂ ਕਹਿੰਦਾ ਗਦਾਰੀ ਨਹੀਂ ਹੈ, ਮੈਂ ਤਾਂ ਕਹਿੰਦਾ ਗਦਾਰੀ ਤੋਂ ਵੀ ਦੋ ਕਦਮ ਅੱਗੇ ਆ। ਬੂਟਾ ਸਿੰਘ ਬੁਰਜਗਿਲ ਕਹਿ ਕੇ ਆਏ ਕਿ ਕੱਲੀ ਐਮਐਸਪੀ ਦੇ ਦਿਓ, ਤਿੰਨੇ ਕਾਨੂੰਨ ਭਾਵੇਂ ਲਾਗੂ ਕਰ ਲਓ। ਤਿੰਨੇ ਕਾਨੂੰਨ ਲਾਗੂ ਕਰ ਲਓ। ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਪੋਜੀਸ਼ਨ ਹੈ। ਪਹਿਲਾਂ ਹੋ ਸਕਦਾ ਬੂਟਾ ਸਿੰਘ ਬੁਰਜਗਿਲ ਮਿਲਦੇ ਰਹੇ ਜਾਂ ਨਰਿੰਦਰ ਤੋਮਰ ਨੂੰ ਜਾਂ ਕਿਸੇ ਹੋਰ ਮੰਤਰੀ ਨੂੰ। 26 ਜਨਵਰੀ ਨੂੰ ਸਹੀ ਕੀ ਹੋਇਆ? ਸੱਚ ਦੱਸਿਓ। ਅੱਜ ਤੁਸੀਂ ਅੰਦਰ ਰਹੇ ਜਥੇਬੰਦੀ ਦੇ, ਅੱਜ ਜੋ ਹਾਲਾਤ ਬਣੇ ਨੇ, ਪਹਿਲਾ ਰੂਟ ਆਪ ਹੀ ਦਿੱਤਾ ਗਿਆ ਕਿ ਰਿੰਗ ਰੋਡ ਤੇ ਜਾਣਾ, ਕਿਸਾਨ ਜਥੇਬੰਦੀਆਂ ਨੇ ਹੀ ਦਿੱਤਾ। ਬਾਅਦ ਦੇ ਵਿੱਚ ਪੁਲਿਸ ਨਾਲ ਮੀਟਿੰਗਾਂ ਕਰਕੇ ਨਵਾਂ ਰੂਟ ਦਿੱਤਾ ਗਿਆ। ਜੇਕਰ ਨੌਜਵਾਨ ਨਾਗਲੋਈ ਵਾਲੇ ਉਸ ਰਸਤੇ ਤੇ ਪੈ ਜਾਂਦੇ ਤਾਂ ਜਿੰਨੇ ਨੌਜਵਾਨ ਵੀ ਜਾਂਦੇ ਉਹਨਾਂ ਚੋਂ ਇੱਕ ਨੌਜਵਾਨ ਵੀ ਵਾਪਸ ਨਹੀਂ ਸੀ ਆਉਣ ਦੇਣਾ। ਉਹਨਾਂ ਨੇ ਛੱਤਾਂ ਦੇ ਉੱਤੇ ਸੈਂਕੜੇ ਲੀਟਰ ਪੈਟਰੋਲ ਬੰਬ ਬਣਾ ਕੇ ਰੱਖੇ ਹੋਏ ਸੀ, ਜਿਨ੍ਹਾਂ ਰਾਹੀਂ ਹਮਲਾ ਕੀਤਾ ਜਾਣਾ ਸੀ। ਜਿਹੜੀ ਤੁਹਾਡੀ ਜਥੇਬੰਦੀ ਹੈ ਇਹ ਕਬੂਲੂਗੀ ਬੂਟਾ ਸਿੰਘ ਬੁਰਜਗਿਲ ਨੂੰ ਜਾਂ ਤੁਸੀਂ ਆਪ ਇਹ ਤੋਂ ਲਹਿਦਾ ਹੋਣ ਦਾ ਸੋਚੋਗੇ? ਨਹੀਂ, ਕਿਉਂ ਲਹਿਦਾ ਹੋਵਾਂਗੇ ਜੀ? ਜਥੇਬੰਦੀ ਨੂੰ ਘਰ ਦੀ ਆਪਦੀ ਨਿੱਜੀ ਜਾਇਦਾਦ ਸਮਝਣਾ ਸ਼ੁਰੂ ਕਰ ਦਿੰਦੇ ਨੇ। ਚੋਣਾਂ ਲੜਨ ਦੇ ਫੈਸਲੇ ਦੇ ਹੱਕ 'ਚ ਸੀਗੇ ਤੁਸੀਂ? ਆਮ ਆਦਮੀ ਪਾਰਟੀ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਤਿਆਰ ਸੀ। ਔਨ ਏਅਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਦਿੱਲੀ ਦੀਆਂ ਬਰੂਹਾਂ ਤੇ ਸਾਲ ਤੋਂ ਵੱਧ ਸਮਾਂ ਰਹਿ ਕੇ ਜਿੱਤ ਪ੍ਰਾਪਤ ਕੀਤੀ, ਪਰ ਅੱਜ ਵੱਡੇ ਸਵਾਲ ਇੱਕ ਵੱਡੇ ਕਿਸਾਨ ਆਗੂ ਨੇ ਬਾਕੀ ਕਿਸਾਨ ਆਗੂਆਂ ਤੇ ਕੀਤੇ। ਆਖਰ ਕੌਣ ਸੀਗੇ ਉਹ ਲੋਕ ਜਿਹੜੇ ਜਾ ਕੇ ਮੰਤਰੀ ਦੀ ਘਰਵਾਲੀ ਨਾਲ ਸ਼ਰਾਬਾਂ ਤੱਕ ਪੀਂਦੇ ਰਹੇ ਆ? ਕਿੰਨਾ ਨੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ? ਉਹ तमाम ਚਿਹਰੇ
ਸਾਹਮਣੇ ਆਉਣੇ ਚਾਹੀਦੇ ਨੇ। ਹਰਨੇਕ ਸਿੰਘ ਮਹਿਮਾ ਸਾਹਿਬ ਦਾ ਦਰਦ ਛਲਕਿਆ, ਆ ਕੇ ਲੋਕਾਂ ਸਾਹਮਣੇ, ਸੰਗਤ ਸਾਹਮਣੇ ਅੱਖਾਂ 'ਚੋਂ ਹੰਝੂ ਤੱਕ ਨਿਕਲੇ, ਰੋ ਪਏ ਔਰ ਉਹਨਾਂ ਨੇ ਕਿਹਾ ਕਿ ਇਸ ਪਿੱਛੇ ਮੋਰਚਾ ਨਹੀਂ ਲੜਿਆ ਸੀ। ਕੀ ਉਹ तमाम ਗੱਲਾਂ ਬਾਤਾਂ ਨੇ। ਹਰਨੇਕ ਸਿੰਘ ਮਹਿਮਾ ਸਾਹਿਬ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ ਔਨ 에ਅਰ ਤੇ ਤੁਹਾਡਾ। ਬਹੁਤ ਬਹੁਤ ਧੰਨਵਾਦ ਸਿਮਰਜੋਤ ਮੱਕੜ ਜੀ, ਤੁਹਾਡਾ ਔਨ 에ਅਰ ਦਾ ਬਹੁਤ ਬਹੁਤ ਧੰਨਵਾਦ ਜੀ। ਮਹਿਮਾ ਸਾਹਿਬ, ਕੀ ਹੋਇਆ ਐਸਾ ਕਿ ਸਾਲ ਮਗਰੋਂ ਦਰਦ ਨਿਕਲਿਆ, ਛਲਕਿਆ, ਹੰਝੂ ਤੱਕ ਆ ਗਏ, ਹੋਇਆ ਕੀ ਹੈ ਜੀ? ਮੱਕੜ ਸਾਹਿਬ, ਮੈਂ ਤੁਹਾਡੇ ਇਸ ਸਵਾਲ ਦਾ ਜਵਾਬ ਦਿਆਂ ਪਹਿਲਾਂ ਮੈਨੂੰ ਲੱਗਦਾ ਇੱਕ ਸਵਾਲ ਜਿਹੜਾ ਅਣਕੀਤਾ ਹੋਇਆ ਹਰ ਮਨੁੱਖ ਦੇ ਮਨ ਵਿੱਚ ਹੈਗਾ ਏ ਜੀ, ਉਹ ਇਹ ਆ ਕਿ ਅੱਜ ਕਿਉਂ ਅਸੀਂ 1 ਸਾਲ ਤੋਂ ਵੱਧ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ, ਉਦੋਂ ਕਿਉਂ ਨਹੀਂ? ਸਾਲ ਤੋਂ ਵੱਧ ਹੋ ਗਿਆ ਵਾਪਸ ਪੰਜਾਬ ਆਇਆਂ ਨੂੰ, ਉਦੋਂ ਕਿਉਂ ਨਹੀਂ, ਅੱਜ ਕਿਉਂ? ਤਾਂ ਅਸਲ 'ਚ ਵਜ੍ਹਾ ਇਹ ਆ ਕਿ ਜਿਸ ਤਰ੍ਹਾਂ ਅਸੀਂ ਕੋਈ ਲਾਸ਼ ਲੈ ਕੇ ਜਾਂਦੇ ਆ ਸ਼ਮਸ਼ਾਨ ਘਾਟ ਵਿੱਚ ਉਹਦਾ ਸੰਸਕਾਰ ਕਰਨ ਲਈ, ਤਾਂ ਸਾਨੂੰ ਕਦੇ ਨਹੀਂ ਕਿਹਾ ਜਾਂਦਾ ਕਿ ਤੁਸੀਂ 10 ਦਿਨ ਪਹਿਲਾਂ ਕਿਉਂ ਨਹੀਂ ਆਏ, ਕਿਉਂਕਿ ਜਦੋਂ ਕਿਸੇ ਮਨੁੱਖ ਦੀ ਜ਼ਿੰਦਗੀ ਖਤਮ ਹੁੰਦੀ ਤਾਂ ਹੀ ਅਸੀਂ ਉਹਨੂੰ ਸ਼ਮਸ਼ਾਨ ਘਾਟ 'ਚ ਲੈ ਕੇ ਜਾਂਦੇ ਆ। ਤਾਂ ਅਸੀਂ ਪਿਛਲਾ ਜਿਹੜਾ 8 ਅਗਸਤ 2021 ਤੋਂ ਲੈ ਕੇ ਦਾ ਸਮਾਂ ਹੈ ਜੀ, ਉਹ ਅਸੀਂ ਸਮਾਂ ਇਹਨਾਂ ਸਾਰੇ ਜਿਹੜੇ ਦੋਸ਼ਾਂ ਦਾ ਸਾਹਮਣਾ ਕਰਦੇ ਹੋਏ ਆਪਦੀ ਜਥੇਬੰਦੀ ਦੇ ਅੰਦਰ ਸੰਬੰਧਿਤ ਅਦਾਰਿਆਂ ਦੇ ਵਿੱਚ ਭਰਵੀਂ ਫਾਈਟ ਦਿੱਤੀ, ਭਰਵੀਂ ਲੜਾਈ ਲੜੀ ਏ, ਇਸ ਕਰਕੇ ਕਿ ਸਾਡੀ ਜਥੇਬੰਦੀ ਦਾ ਨੁਕਸਾਨ ਨਾ ਹੋਵੇ, ਜਥੇਬੰਦੀ ਨੂੰ ਬਚਾਇਆ ਜਾ ਸਕੇ, ਸੰਯੁਕਤ ਕਿਸਾਨ ਮੋਰਚੇ ਨੂੰ ਬਚਾਇਆ ਜਾ ਸਕੇ, ਲੋਕਾਂ ਦੇ ਵਿਸ਼ਵਾਸ ਨੂੰ ਬਚਾਇਆ ਜਾ ਸਕੇ, ਲੋਕਾਂ ਦੇ ਵਿਸ਼ਵਾਸ ਨੂੰ ਠੇਸ ਨਾ ਪਹੁੰਚੇ, ਜਥੇਬੰਦੀ ਨੂੰ ਨੁਕਸਾਨ ਨਾ ਹੋਵੇ। ਤਾਂ ਇਸ ਇੱਛਾ ਦੇ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਦਿਖਾਉਂਦਾ ਦਾ ਜੋ ਸੰਵਿਧਾਨ ਸੀ, ਜਦੋਂ ਸਾਨੂੰ ਇਜਾਜ਼ਤ ਨਹੀਂ ਸੀ ਦੇ ਰਿਹਾ ਕਿ ਜਿੰਨਾ ਚਿਰ ਅਸੀਂ ਭਰਵੀਂ ਅੰਦਰੂਨੀ ਫੈਟ ਰੱਜਵੀਂ ਆਖਰੀ ਪਲ ਤੱਕ ਨਹੀਂ ਕਰ ਲੈਂਦੇ ਕਿ ਅਸੀਂ ਇਸ ਗੱਲ ਨੂੰ ਬਾਹਰ ਲੈ ਕੇ ਆਉਂਦੇ, ਤਾਂ ਹੁਣ ਸਾਨੂੰ ਲੱਗਾ ਹੈ ਕਿ ਅੰਦਰ ਫਾਈਟ ਕਰਨ ਦਾ ਕੋਈ ਹੁਣ ਸਮਾਂ ਰਹਿ ਨਹੀਂ ਗਿਆ। ਜੋ ਕੀਤਾ ਜਾ ਸਕਦਾ ਸੀ ਉਹ ਸਭ ਕਰਕੇ ਹਰਬੇ ਵਰਤ ਕੇ ਦੇਖ ਲਿਆ। ਅੱਜ ਸਾਡੇ ਕੋਲ ਕੋਈ ਰਸਤਾ ਨਹੀਂ ਸੀ ਕਿ ਅਸੀਂ ਲੋਕਾਂ ਦੀ ਕਚਹਿਰੀ 'ਚ ਆ ਕੇ ਆਪਦੇ ਆਪ ਨੂੰ ਖੜਾ ਕਰਦੇ ਤੇ ਲੋਕਾਂ ਤੋਂ ਆਪਦੇ ਲਈ ਬਣਦੀ ਹੋਈ ਸਜ਼ਾ ਦੀ ਮੰਗ ਕਰਦੇ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ, ਇਹ ਸਾਡੇ ਤੋਂ ਗਲਤੀਆਂ ਹੋਈਆਂ ਨੇ, ਜੋ ਸਜ਼ਾ ਠੀਕ ਸਮਝੋ ਸਾਨੂੰ ਦਿਓ। ਤਾਂ ਮੈਂ ਚਾਹੁੰਦਾ ਨਹੀਂ ਸੀ ਰਾਤ ਜੋ ਵੀ ਕੁਝ ਹੋਇਆ ਕਿ ਮੇਰਾ ਇਹ ਕਮਜ਼ੋਰ ਪੱਖ ਜਾਵੇ, ਪਰ ਮੈਂ ਆਪਦੇ ਆਪ ਤੇ ਕੰਟਰੋਲ ਨਹੀਂ ਕਰ ਪਾਇਆ ਸਾਂ, ਤਾਂ ਕਰਕੇ ਜੋ ਮੈਂ ਗੱਲ ਕਰਨੀ ਚਾਹੁੰਦਾ ਸਾਂ ਮੈਂ ਰੋਕ ਦਿੱਤੀ, ਮੈਂ ਕਰ ਨਹੀਂ ਸਕਿਆ। ਤਾਂ ਮਾਫੀ ਚਾਹੁੰਦਾ। ਸਵਾਲ ਹੈ, ਤੋਮਰ ਸਾਹਿਬ ਦੀ ਪਤਨੀ ਕੋਲੇ ਕੌਣ ਗਿਆ ਸੀ, ਕੌਣ ਸ਼ਰਾਬ ਪੀ ਕੇ ਆਇਆ? ਬੜਾ ਸਿੱਧਾ ਸਵਾਲ ਤੇ ਆ ਰਿਹਾ ਮੈਂ ਤੁਹਾਡੇ ਵੱਲ ਜੀ, ਤੇ ਮੇਰਾ ਬਿਲਕੁਲ ਸਿੱਧਾ ਜਵਾਬ ਹੈ ਜੀ। ਜਦੋਂ ਨਰਿੰਦਰ ਮੋਦੀ ਨੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਤਿੰਨੇ ਕਾਨੂੰਨ ਵਾਪਸ ਲੈਣੇ ਆ ਜੀ, ਤਾਂ ਇਸ ਸੰਘਰਸ਼ ਦੇ ਨਾਲ ਸੰਬੰਧ ਰੱਖਣ ਵਾਲੇ ਕਰੋੜਾਂ ਲੋਕ ਇਸ ਗੱਲ ਦੀ ਮੰਗ ਕਰ ਰਹੇ ਸੀ ਕਿ ਸਾਨੂੰ ਤੁਹਾਡੀ ਜ਼ਬਾਨ ਤੇ ਭਰੋਸਾ ਨਹੀਂ, ਇੱਕ ਤਾਂ ਇਹਦੇ ਉੱਤੇ ਸਾਨੂੰ ਲਿਖਤੀ ਭਰੋਸਾ ਮਿਲੇ, ਦੂਜਾ ਇਹਦੇ ਨਾਲ ਜਿਹੜੀਆਂ ਹੋਰ ਮੰਗਾਂ ਸਮੇਂ ਦੇ ਅਨੁਸਾਰ ਜੁੜ ਗਈਆਂ ਨੇ, ਜਿੰਦੇ 'ਚ MSP ਦੀ ਗਰੰਟੀ, ਸ਼ਹੀਦ ਹੋਏ ਕਿਸਾਨਾਂ ਲਈ ਮੁਆਵਜ਼ਾ, ਉਹਨਾਂ ਦੇ ਪਰਿਵਾਰਾਂ ਲਈ ਨੌਕਰੀਆਂ, ਸ਼ਹੀਦੀ ਸਮਾਰਕ ਬਣਾਉਣ ਲਈ ਸਥਾਨ, ਲਖੀਮਪੁਰ ਦੇ ਦੋਸ਼ੀਆਂ ਨੂੰ ਸਜ਼ਾ, ਬਿਜਲੀ ਐਕਟ ਨੂੰ ਰੱਦ ਕਰਨਾ, ਪਰਾਲੀ ਸਾੜਨ ਵਾਲਾ ਜਿਹੜਾ ਮੁੱਦਾ ਹੈ ਉਹਦੇ ਤੇ ਜੁਰਮਾਨੇ ਵਾਲਾ ਜਿਹੜਾ ਕਾਨੂੰਨ ਨੂੰ ਰੱਦ ਕਰਨਾ, ਇਹ ਸਾਰੀਆਂ ਮੰਗਾਂ ਤੇ ਜਿੰਨਾ ਚਿਰ ਲਿਖਤੀ ਭਰੋਸਾ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਦਿੱਲੀ ਦੀਆਂ ਬਰੂਹਾਂ ਤੋਂ ਘੋਲ ਨੂੰ ਨਹੀਂ ਚੱਕਾਂਗੇ। ਜਦੋਂ ਲੋਕ ਇਹ ਮੰਗ ਕਰ ਰਹੇ ਸੀ ਤਾਂ ਉਸ ਸਮੇਂ ਤੇ ਜਿਹੜਾ ਤੋਮਰ ਹਰਾਂ ਨੇ ਆਪਦੇ ਘਰੇ ਇੱਕ ਪਾਰਟੀ ਰੱਖੀ ਹੈ ਤੇ ਸਾਡੇ ਆਗੂਆਂ ਨੂੰ ਉਸ ਪਾਰਟੀ ਦੇ ਵਿੱਚ ਸੱਦਿਆ ਹੈ, ਜਿਹਦੇ ਸਾਡੇ ਤਿੰਨ ਆਗੂ, ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ, ਗਰਮੀਤ ਸਿੰਘ ਭੱਟੀਵਾਲ ਔਰ ਇੱਕ ਇਹਨਾਂ ਦਾ ਡਰਾਈਵਰ, 4 ਬੰਦੇ ਨਰਿੰਦਰ ਤੋਮਰ ਦੇ ਘਰੇ ਪਾਰਟੀ ਤੇ ਜਾਂਦੇ ਨੇ ਔਰ ਜਿਹੜਾ ਇਹਨਾਂ ਦਾ ਡਰਾਈਵਰ ਹੈ ਉਹ ਪਾਰਟੀ ਤੋਂ ਵਾਪਸ ਆ ਕੇ ਹੁੱਬ ਕੇ ਨਸ਼ੇ ਦੇ ਵਿੱਚ ਇਹ ਗੱਲ ਮਤਲਬ ਦੱਸਦਾ ਹੈ ਕਿ ਸਾਡੀ ਇੰਨੀ ਚੜ੍ਹਤ ਹੋ ਗਈ ਕਿ ਤੋਮਰ ਦੇ ਘਰ ਵਾਲੀ ਆਪਦੇ ਹੱਥੀ ਪੈਗ ਪਾ ਕੇ ਸਾਨੂੰ ਸ਼ਰਾਬ ਪਿਆਉਂਦੀ ਰਹੀ। ਡਰਾਈਵਰ ਨੂੰ ਵੀ ਅੰਦਰ ਬੁਲਾਇਆ ਗਿਆ ਸ਼ਰਾਬ ਪੀਣ? ਜੀ ਚਾਰੇ ਹੀ ਸੀ,
ਇਹ ਚਾਰ ਸਾਡੇ ਮਹਿਮਾ ਜਿਹੜੇ ਸਾਹਿਬ, ਇਹ ਗੱਲ ਹਜਮ ਹੁੰਦੀ ਹੈ ਕਿ ਡਰਾਈਵਰ ਜੇ ਮੰਨ ਲਿਆ ਬੂਟਾ ਸਿੰਘ ਬੁਰਜਗਿੱਲ ਗਏ, ਮੰਨ ਲਿਆ ਕਿ ਪਟਿਆਲਾ ਸਾਹਿਬ ਚਲੇ ਗਏ ਉੱਥੇ, ਪਰ ਕੀ ਇਹ ਗੱਲ ਹੈ ਕਿ ਉਹ ਡਰਾਈਵਰ ਨੂੰ ਵੀ ਅੰਦਰ ਲੈ ਜਾਣਗੇ ਔਰ ਮੰਤਰੀ ਦੀ ਘਰ ਵਾਲੀ ਨਾਲ ਬਿਠਾ ਲੂਗੀ ਉਹਨਾਂ ਨੂੰ? ਵੇਖੋ ਜੀ, ਇਹ ਉਹਨਾਂ ਦੇ ਆਪਦੇ ਮੰਨਣ ਦੀ ਗੱਲ ਹੈ, ਕਿਸੇ ਦੇ ਕਹਿਣ ਦੀ ਗੱਲ ਹੀ ਨਹੀਂ। ਕੋਈ ਇਲਜ਼ਾਮ ਨਹੀਂ ਲਾ ਰਿਹਾ। ਇਹ ਗੱਲ ਤੁਹਾਨੂੰ ਸੁਣਾਈ ਉਹਨਾਂ ਨੇ? ਨਹੀਂ, ਪੂਰੀ ਜਥੇਬੰਦੀ ਦੇ ਵਿੱਚ ਵੇਖੋ, ਜਿਹੜਾ ਸਾਡਾ ਬਠਿੰਡੇ ਵਾਲਾ ਹੈੱਡਕੁਆਟਰ ਸੀ, ਇਹਨਾਂ ਦੀ ਰਿਹਾਇਸ਼ ਉੱਥੇ ਬਠਿੰਡੇ ਵਾਲੇ ਹੈੱਡਕੁਆਟਰ ਤੇ ਹੁੰਦੀ ਸੀ ਜੀ। ਬਠਿੰਡੇ ਵਾਲੇ ਜਿਹੜਾ ਟੈਂਟ ਹੈ ਉਸ ਤੋਂ ਹੈੱਡਕੁਆਟਰ ਤੋਂ ਹੀ ਸਰਕਾਰੀ ਗੱਡੀ ਆਉਂਦੀ ਏ, ਇਹਨਾਂ ਆਗੂਆਂ ਨੂੰ ਲੈ ਕੇ ਜਾਂਦੀ ਹੈ ਔਰ ਸਰਕਾਰੀ ਗੱਡੀ ਵਾਪਸ ਛੱਡ ਕੇ ਜਾਂਦੀ ਏ। ਉੱਥੇ ਗੱਲ ਹੋਈ ਜਦੋਂ ਅਸੀਂ ਇਸ ਗੱਲ ਦਾ ਇਤਰਾਜ਼ ਰੱਖਿਆ ਹੈ ਕਿ ਇਹ ਇਤਰਾਜ਼ਯੋਗ ਗੱਲ ਏ, ਇਹ ਨਹੀਂ ਸੀ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਇਹ ਆ ਕਿ ਸਾਡੀ ਅਜੇ ਲੜਾਈ ਚੱਲ ਰਹੀ ਹੈ, ਅਸੀਂ ਜਿੱਤੇ ਨਹੀਂ ਗਏ। ਦੂਜੀ ਗੱਲ ਏ, ਜੇ ਲੜਾਈ ਅਸੀਂ ਇਹ ਜਿੱਤਨੇ ਵੀ ਆ ਤਾਂ ਇਹ ਜੰਗ ਦਾ ਮੈਦਾਨ ਹੈ, ਅਸੀਂ ਆਪਦੀ ਤਾਕਤ ਨਾਲ ਜਿੱਤਿਆ ਹੈ। ਤਾਕਤ ਨਾਲ ਜਿੱਤੀ ਹੋਈ ਜੰਗ ਦੇ ਵਿੱਚ ਕਦੇ ਵੀ ਦੁਸ਼ਮਣ ਦੇ ਘਰ ਜਾ ਕੇ ਮਤਲਬ ਉਹਦੇ ਨਾਲ ਪਿਆਲਾ ਸਾਂਝਾ ਹੋਣ ਦਾ ਮਤਲਬ ਨਹੀਂ ਬਣਦਾ। ਤਾਂ ਇਹ ਸਾਡੇ ਆਗੂ ਮੰਨੇ ਨੇ ਕਿ ਉਹਨਾਂ ਨੇ ਨਾਲ ਇਹ ਦਲੀਲ ਦਿੱਤੀ ਹੈ ਕਿ ਇਹ ਸਾਡੇ ਨਿੱਜੀ ਮਤਲਬ ਰਿਸ਼ਤੇ ਨੇ, ਨਿੱਜੀ ਰਿਸ਼ਤਿਆਂ ਚੋਂ ਨਿਕਲੀ ਹੋਈ ਸਾਡੀ ਸਾਂਝ ਹੈ, ਇਹਦੇ 'ਚ ਜਥੇਬੰਦੀ ਦਾ ਕਿੰਤੂ ਪਰੰਤੂ ਕਰਨਾ ਨਹੀਂ ਬਣਦਾ। ਤੁਸੀਂ ਉਸੇ ਵੇਲੇ ਵਿਰੋਧ ਕਿਉਂ ਨਹੀਂ ਕੀਤਾ? ਤੁਸੀਂ ਉਸੇ ਵੇਲੇ ਸਟੈਂਡ ਕਿਉਂ ਨਹੀਂ ਲਿਆ? ਕੀਤਾ, ਮੈਂ ਇਹਦਾ ਜਵਾਬ ਤੁਹਾਨੂੰ ਪਹਿਲਾਂ ਦੇ ਚੁੱਕਾ ਨਹੀਂ ਕਿ ਜਿਹੜੇ ਅਦਾਰੇ ਦੇ ਵਿੱਚ ਮਹਿਮਾ ਸਾਹਿਬ ਤੁਸੀਂ ਛੱਡ ਦਿੰਦੇ ਟਿਕਾਉਂਦਾ ਉਸ ਵੇਲੇ? ਆਰਗੇਨਾਈਜੇਸ਼ਨ ਛੱਡ ਦਿੰਦੇ ਤੁਸੀਂ? ਸੰਘਰਸ਼ ਵੱਡਾ ਸੀ ਕਿ ਜਥੇਬੰਦੀ ਵੱਡੀ ਸੀ? ਵੇਖੋ ਜੀ, ਸਵਾਲ ਮੇਰੇ ਛੱਡਣ ਜਾਂ ਛੱਡਣ ਦਾ ਤਾਂ ਹੈ ਹੀ ਨਹੀਂ। ਮੈਂ ਤਾਂ ਅੱਜ ਵੀ ਨਹੀਂ ਟਿਕਾਉਂਦਾ ਛੱਡਦਾ। ਨਹੀਂ, ਮੇਰੀ ਸੁਣੋ ਨਾ ਸਾਹਿਬ, ਤੁਸੀਂ ਉਸ ਵੇਲੇ ਛੱਡਦੇ, ਲੋਕਾਂ ਸਾਹਮਣੇ ਆਉਂਦੇ, ਤੁਹਾਨੂੰ ਲੋਕ ਪ੍ਰਵਾਨ ਕਰਦੇ, ਉਸ ਵੇਲੇ ਤੁਹਾਡੀ ਰਿਸਪੈਕਟ ਵੱਧਦੀ ਕਿ ਤੁਸੀਂ ਗਲਤ ਨੂੰ ਗਲਤ ਕਿਹਾ। ਠੀਕ ਹੈ, ਹੁਣ ਮੇਰਾ ਜਵਾਬ ਸੁਣੋ ਜੀ। ਜਿਸ ਸਮੇਂ ਇਹ ਗੱਲ ਹੋਈ ਏ, ਮੇਰੀ ਜਥੇਬੰਦੀ ਦਾ ਸੰਵਿਧਾਨ ਇਹ ਕਹਿੰਦਾ ਏ ਕਿ ਇਹਨੂੰ ਅੰਦਰੂਨੀ ਤੌਰ ਤੇ ਜਿਹੜੇ ਸੰਬੰਧਿਤ ਅਦਾਰਾ ਹੈ ਉਹਦੇ ਵਿੱਚ ਲੜਾਈ ਦੇਣੀ ਬਣਦੀ ਏ। ਜਿੰਨਾ ਚਿਰ ਉਹਦੇ ਵਿੱਚ ਲੜਾਈ ਨਹੀਂ ਦਿੱਤੀ ਜਾਂਦੀ, ਇਹਦੇ ਉੱਤੇ ਅਗਲੀ ਕਾਰਵਾਈ ਠੀਕ ਨਹੀਂ ਮੰਨੀ ਜਾਏਗੀ। ਤਾਂ ਅਸੀਂ ਉਸ ਦਿਨ ਤੋਂ ਲੈ ਕੇ ਸੰਬੰਧਿਤ ਅਦਾਰਿਆਂ ਦੇ ਵਿੱਚ ਇਹਦੇ ਤੇ ਫਾਈਟ ਦੇ ਰਹੇ ਹਾਂ ਲਗਾਤਾਰ। ਮੈਂ ਅੱਜ ਵੀ ਡਕਾਉਂਦਾ ਨਹੀਂ ਛੱਡੀ। ਮੇਰੇ ਡਕਾਉਂਦਾ ਛੱਡਣ ਦਾ ਸਵਾਲ ਨਹੀਂ ਪੈਦਾ ਹੁੰਦਾ। ਡਕਾਉਂਦਾ ਛਡਾਵਾਂਗੇ ਜਿਹੜੇ ਦੋਸ਼ੀ ਨੇ, ਡਕਾਉਂਦਾ ਉਹਨਾਂ ਕੋਲੋਂ ਛਡਾਵਾਂਗੇ, ਉਹਨਾਂ ਨੂੰ ਡਕਾਉਂਦਾ ਤੋਂ ਬਾਹਰ ਦਾ ਰਸਤਾ ਵਿਖਾਵਾਂਗੇ। ਅਸੀਂ ਕਿਉਂ ਡਕਾਉਂਦਾ ਛੱਡਾਂਗੇ? ਅਸੀਂ ਤਾਂ ਆਪਦੇ ਖੂਨ ਪਸੀਨੇ ਨਾਲ ਇਹਨੂੰ ਉਸਾਰਿਆ ਹੈ। ਜੇਕਰ ਮੈਂ ਤੁਹਾਨੂੰ ਫਿਰ ਉਸੇ ਗੱਲ ਦਾ ਦੁਬਾਰਾ ਜਵਾਬ ਦੇਵਾਂ, ਜੇਕਰ ਉਦੋਂ ਇਹਦੀ ਗੱਲ ਲੋਕਾਂ 'ਚ ਨਹੀਂ ਲੈ ਕੇ ਆਏ, ਇਹਦੇ ਤੇ ਪਰਦਾ ਪਾਇਆ ਹੈ, ਤਾਂ ਇਸ ਗੱਲ ਕੇ ਪਾਇਆ ਹੈ ਕਿ ਜਥੇਬੰਦੀ ਨੂੰ ਬਚਾ ਕੇ ਰੱਖਣਾ ਚਾਹੁੰਦੇ ਸਾਂ। ਸੰਯੁਕਤ ਕਿਸਾਨ ਮੋਰਚੇ ਦੀਆਂ ਕਈ ਕਿਸਮ ਦੀਆਂ ਮਜਬੂਰੀਆਂ ਸੀ ਉਦੋਂ। ਜੇਕਰ ਇਹਦੇ ਉੱਤੇ ਰੌਲਾ ਪੈਂਦਾ ਸੀ ਤਾਂ ਸਰਕਾਰ ਦੀ ਮਨਸ਼ਾ ਪੂਰੀ ਹੁੰਦੀ ਸੀ। ਸੰਯੁਕਤ ਕਿਸਾਨ ਮੋਰਚੇ ਨੂੰ ਜੇ ਠੇਸ ਪਹੁੰਚਦੀ ਤਾਂ ਸਰਕਾਰ ਦੀ ਮਨਸ਼ਾ ਪੂਰੀ ਹੁੰਦੀ ਸੀ। ਜਿਸ ਜਥੇਬੰਦੀ ਦਾ ਪ੍ਰਧਾਨ ਜਾ ਕੇ ਉਸ ਵੇਲੇ ਮੰਤਰੀ ਦੀ ਘਰ ਵਾਲੀ ਨਾਲ ਸ਼ਰਾਬ ਪੀ ਰਿਹਾ ਹੋਵੇ, ਉਹ ਜਥੇਬੰਦੀ ਇੰਪੋਰਟੈਂਟ ਸੀ ਜਾਂ ਘੋਲ ਇੰਪੋਰਟੈਂਟ ਸੀ? ਤੁਸੀਂ ਤਾਂ ਹਮੇਸ਼ਾ ਕਹਿੰਦੇ ਆਏ ਹੋ ਸੰਘਰਸ਼ ਤੋਂ ਵੱਡਾ ਕੋਈ ਨਹੀਂ। ਬਿਲਕੁਲ ਘੋਲ ਸੀ, ਘੋਲ ਹੀ ਮਹੱਤਵਪੂਰਨ ਸੀ। ਘੋਲ ਦੀ ਵੀ ਇਹੀ ਲੋੜ ਸੀ ਮੱਕੜ ਸਾਹਿਬ, ਘੋਲ ਦੀ ਵੀ ਉਸ ਸਮੇਂ ਇਹੀ ਲੋੜ ਸੀ ਕਿ ਉਸ ਵੇਲੇ ਬੂਟਾ ਸਿੰਘ ਬੁਰਜਗਿੱਲ ਨੂੰ ਲਾਂਭੇ ਕਿਉਂ ਨਹੀਂ ਕੀਤਾ ਗਿਆ? ਫਿਰ ਸਾਰੀ ਜਥੇਬੰਦੀ, ਜਿਹੜੀ ਜਥੇਬੰਦੀ ਦਾ ਸੰਵਿਧਾਨ ਹੈ, ਉਹੀ ਸੰਵਿਧਾਨ ਦੇ ਤਹਿਤ ਸਟੈਪ ਲਿਆ ਜਾਂਦਾ ਉਸ ਵੇਲੇ। ਬਿਲਕੁਲ ਤੁਹਾਡੀ, ਮੈਂ ਇਸੇ ਗੱਲ ਦਾ ਮੈਨੂੰ ਲੱਗਦਾ ਵੀ ਮੈਂ ਇਹਦਾ ਜਵਾਬ ਇਦੋਂ ਵੱਧ ਨਹੀਂ ਹੈਗਾ ਕਿ ਜੋ ਬਣਦਾ ਸੀ ਜਥੇਬੰਦੀ ਦੇ ਸੰਵਿਧਾਨ ਮੁਤਾਬਕ, ਜਿਹੜੇ ਅਦਾਰੇ ਦਾ ਮੈਂਬਰ ਸੀ, ਤਾਂ ਜਿਹੜਾ ਅਦਾਰਾ ਆਥੋਰਾਈਜ਼ ਸੀ, ਉਸ ਅਦਾਰੇ ਦੇ ਵਿੱਚ ਇਹ ਗੱਲਾਂ ਸਾਡੀ ਅੱਜ ਵੀ ਕਾਰਵਾਈ ਦੇ ਵਿੱਚ ਅਸੀਂ ਕੱਢ ਕੇ ਦੇਣ ਨੂੰ ਤਿਆਰ ਆ। ਇਹ ਗੱਲਾਂ ਤੇ ਬਹਿਸ ਭੇੜ ਲਗਾਤਾਰ ਚੱਲਦਾ ਰਿਹਾ ਹੈ ਕਿ ਇਹਨਾਂ ਗੱਲਾਂ ਦਾ ਲੋਕਾਂ ਨੂੰ ਜਵਾਬ ਦੇਣਾ ਬਣਦਾ ਔਰ ਦਿੱਤਾ ਜਾਣਾ ਚਾਹੀਦਾ ਹੈ। ਤਾਂ ਇਹੀ ਸੰਭਵ ਸੀ ਉਸ ਸਮੇਂ ਮੱਕੜ ਸਾਹਿਬ, ਇਹੀ ਸੰਭਵ ਸੀ ਜੋ ਅਸੀਂ ਕੀਤਾ ਅੰਦਰ ਬਹਿਸ ਭੇੜ ਅਦਾਰੇ ਦੇ ਵਿੱਚ। ਇਹੀ ਸੰਭਵ ਸੀ, ਇਹੀ ਕਰਨਾ ਬਣਦਾ ਸੀ ਤੇ ਇਹ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਕੀਤਾ। ਪਰ ਅੱਜ ਸਾਡੀ ਲੋੜ ਕੀ ਬਣ ਗਈ? ਅੱਜ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਆ ਚਿੱਠੀ ਏ, ਅੱਜ ਇਸ ਚਿੱਠੀ ਨੇ ਸਾਡੀ ਲੋੜ ਬਣਾਈ ਕਿ ਹੁਣ ਕੋਈ ਵੀ ਮਤਲਬ ਚਾਰਾ ਰਹਿ ਨਹੀਂ ਗਿਆ ਕਿ ਅਸੀਂ ਇਹਨੂੰ ਅਜੇ ਵੀ ਅੰਦਰ ਰੱਖ ਕੇ ਇਹਦੇ ਤੇ ਕੋਈ ਬਹਿਸ ਭੇਡ ਕਰੀਏ ਤੇ ਕਿਸੇ ਸਿੱਟੇ ਤੇ ਪਹੁੰਚੀਏ। ਹੁਣ ਅਸੀਂ ਕਿਸੇ ਵੀ ਕਿਸਮ ਦਾ ਜਿਹੜਾ ਨੁਕਸਾਨ ਹੈ ਉਹ ਸਾਨੂੰ ਝੱਲਣਾ ਪਏਗਾ ਤੇ ਆਪਦੇ ਆਪ ਨੂੰ ਉਹ ਝੱਲਣ ਲਈ ਤਿਆਰ ਕਰਦੇ ਹੋਏ
आओ चलिए लोगों की कचहरी च ते आपदे आप नूं लोकां दी कचहरी च खड़े करिए ते असीं ओही कीता है। ਤੁਹਾਡਾ ਜ਼ੋਰ ਉਸ ਵੇਲੇ ਦੀਪ ਸਿੱਧੂ ਨੂੰ ਗਦਾਰ ਕਹਿਣ ਤੇ ਲੱਗਿਆ ਰਿਹਾ, ਪਰ ਗਦਾਰ ਤਾਂ ਤੁਹਾਡੇ ਆਪਣੇ ਸੀ। ਗਦਾਰ ਤਾਂ ਉਹ ਲੋਕ ਸੀ ਜਿਹੜੇ ਤੁਸੀਂ ਅੱਜ ਆਪ ਸਬੂਤ ਦੇ ਰਹੇ ਹੋ ਵੀ ਜਾਂਦੇ ਰਹੇ ਤੇ ਸ਼ਰਾਬ ਪੀਂਦੇ ਰਹੇ। ਇੱਕ ਬੰਦੇ ਦੀ ਜਿਹਦੀ ਫੋਟੋਆਂ ਸਿਰਫ ਮੋਦੀ ਨਾਲ ਆਈਆਂ ਉਸ ਬੇਸਿਸ ਤੇ ਉਹ ਗਦਾਰ ਹੋ ਗਿਆ। ਇੱਕ ਬੰਦਾ ਜਿਹੜਾ ਜਾ ਕੇ ਸ਼ਰਾਬ ਪੀਂਦਾ ਰਿਹਾ ਉਹ ਮੋਰਚੇ ਦੇ ਵਿੱਚੋਂ ਹੀਰੋ ਬਣ ਕੇ ਨਿਕਲਿਆ। ਇਹ ਫੈਸਲਾ ਲੋਕਾਂ ਦਾ, ਲੋਕਾਂ ਨੇ ਫੈਸਲਾ ਕਰਨਾ ਹੈ। ਸੱਚਾਈ ਲੋਕਾਂ ਦੇ ਸਾਹਮਣੇ ਰੱਖੀ ਹੈ। ਲੋਕਾਂ ਨੇ ਫੈਸਲਾ ਕਰਨਾ ਹੈ, ਉਹਨਾਂ ਨੇ ਹੀਰੋ ਮੰਨਣਾ ਹੈ ਕਿ ਗਦਾਰ ਮੰਨਣਾ ਹੈ। ਤੇ ਮੈਨੂੰ ਲੱਗਦਾ ਵੀ ਲੋਕਾਂ ਦਾ ਫੈਸਲਾ ਹੀ ਅੰਤਮ ਫੈਸਲਾ ਹੈ। ਰਹੀ ਗੱਲ ਦੀਪ ਸਿੱਧੂ ਵਾਲੀ, ਮੇਰਾ ਜਾਂ ਮੇਰੀ ਜਥੇਬੰਦੀ ਦਾ ਮੈਨੂੰ ਲੱਗਦਾ ਕੋਈ ਇੱਕ ਵੀ ਐਸਾ ਬਿਆਨ ਨਹੀਂ ਹੋਵੇਗਾ। ਬੇਸ਼ੱਕ ਅਸੀਂ ਉਦੋਂ ਵੀ ਕਿਹਾ ਸੀ, ਅੱਜ ਵੀ ਕਹਿੰਦੇ ਆ ਕਿ ਦੀਪ ਸਿੱਧੂ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਅਸੀਂ ਨਹੀਂ ਹਾਂ। ਬਹੁਤ ਸਾਰੀ ਵਿਚਾਰਧਾਰਕ ਤੌਰ ਤੇ ਅਲੱਗ ਨੇ ਸਾਡੀਆਂ ਗੱਲਾਂ, ਪਰ ਦੀਪ ਸਿੱਧੂ ਨੂੰ ਗਦਾਰ ਕਹਿਣ ਤੇ ਵੀ ਅਸੀਂ ਬਿਲਕੁਲ ਨਾ ਕੱਲ ਸਾਂ ਰਾਜੀ, ਨਾ ਅਸੀਂ ਅੱਜ ਰਾਜੀ ਹਾਂ। ਮਹਿਮਾ ਸਾਹਿਬ ਬਕਾਇਦਾ ਡਕੌਂਦਾ ਦੇ ਪੇਜ ਤੇ ਪੋਸਟ ਪਈ ਹੈ, ਸ਼ਾਇਦ ਜੇ ਅੱਜ ਉਹ ਡਿਲੀਟ ਨਾ ਹੋਈ ਹੋਵੇ ਤਾਂ ਮੈਂ ਕੱਢ ਸਕਦਾ। ਤੁਸੀਂ ਸਤਿਕਾਰਤ ਹੋ, ਬਕਾਇਦਾ ਪੇਜ ਦੇ ਆਫੀਸ਼ੀਅਲ ਪੇਜ ਦੇ ਉੱਤੇ ਦੀਪ ਸਿੱਧੂ ਦੇ ਖਿਲਾਫ ਪੋਸਟ ਪਈ ਹੋ ਸਕਦੀ, ਮੈਂ ਇਹਨੂੰ ਇਨਕਾਰ ਨਹੀਂ ਕਰਦਾ, ਪਰ ਸਾਡੀਆਂ ਸਫਾਂ ਦੇ ਵਿੱਚ ਐਸਾ ਅਸੀਂ ਕਦੇ ਵੀ ਬਿਆਨ ਨਹੀਂ ਦਿੱਤਾ। ਐਸਾ ਬੀਕੇ ਡਕੌਂਦਾ ਦਾ ਸੋਸ਼ਲ ਮੀਡੀਆ ਤੁਸੀਂ ਜਾਂ ਤੁਹਾਡੇ ਪਰਿਵਾਰਕ ਮੈਂਬਰ ਚਲਾ ਰਹੇ ਸੀ, ਇਹ ਸੱਚ ਹੈ? ਜਿਹੜਾ ਪੇਜ ਮੈਂ ਚਲਾਉਣਾ ਆ ਉਸ ਪੇਜ ਤੇ ਨਹੀਂ ਹੋਵੇਗਾ, ਇਸ ਗੱਲ ਦੀ ਮੈਂ ਗਾਰੰਟੀ ਦੇਣਾ। ਉਸ ਪੇਜ ਤੇ ਨਹੀਂ ਹੋਵੇਗਾ ਜੋ ਪੇਜ ਮੈਂ ਚਲਾਉਂਦਾ ਆ। ਜਥੇਬੰਦੀ ਦਾ ਕੀ ਸਟੈਂਡ ਸੀ ਉਸ ਵੇਲੇ? ਕਿਸ ਗੱਲ ਤੇ? ਦੀਪ ਸਿੱਧੂ ਨੂੰ ਲੈ ਕੇ ਜਥੇਬੰਦੀ ਦਾ ਕੀ ਸਟੈਂਡ ਸੀ? ਜੋ ਇੱਕ ਜਥੇਬੰਦੀ ਦਾ ਨਹੀਂ, ਜੋ ਸੰਯੁਕਤ ਮੋਰਚੇ ਦਾ ਸਟੈਂਡ ਸੀ ਉਹ ਹੀ ਜਥੇਬੰਦੀ ਦਾ ਸਟੈਂਡ ਸੀ ਕਿ ਉਸ ਵੇਲੇ ਜਿਹੜੀ ਵਿਚਾਰਧਾਰਾ ਤੇ ਉਹ ਗੱਲ ਕਰ ਰਹੇ ਸੀ, ਪੰਜਾਬ ਨੂੰ ਵਧੇਰੇ ਅਧਿਕਾਰਾਂ ਦੀ ਗੱਲ ਜਾਂ ਸਿੱਖਾਂ ਦੇ ਅਲੱਗ ਰਾਜ ਦੀ ਗੱਲ, ਅਸੀਂ ਉਦੋਂ ਵੀ ਇਹ ਗੱਲ ਕਿਹਾ ਸੀ ਕਿ ਇਹਦੇ ਨਾਲ ਅਸੀਂ ਸਹਿਮਤ ਨਹੀਂ। ਅੱਜ ਦੀ ਘੜੀ ਇਹ ਵਿਚਾਰ ਨਹੀਂ ਹੈਗਾ, ਅੱਜ ਦੀ ਘੜੀ ਇਹ ਲੜਾਈ ਨਹੀਂ। ਅੱਜ ਦੀ ਘੜੀ ਲੜਾਈ ਕੇਵਲ ਤੇ ਕੇਵਲ 3 ਕਾਲੇ ਕਾਨੂੰਨ, ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਹੈ। ਸਾਡੀ ਸਹਿਮਤੀ, ਘੱਟੋ ਘੱਟ ਸਹਿਮਤੀ ਜਿਹੜੀ ਇਹਦੇ ਉੱਤੇ ਆ, ਇਹਦੇ ਤੇ ਅਸੀਂ ਇਕਮੁੱਠ ਹੋ ਕੇ ਲੜ ਸਕਨੇ ਆ। ਇਹਦੇ ਤੋਂ ਬਿਨਾ ਜੇ ਹੋਰ ਕੋਈ ਵੀ ਵਿਚਾਰ ਹੈ ਆ ਤਾਂ ਉਹ ਕਿਸੇ ਦਾ ਆਪਦਾ ਨਿੱਜੀ ਵਿਚਾਰ ਹੋ ਸਕਦਾ ਹੈ। ਸੰਯੁਕਤ ਕਿਸਾਨ ਮੋਰਚੇ ਦਾ ਇਹ ਵਿਚਾਰ ਨਹੀਂ ਹੈ। ਪਰ ਮੇਰਾ ਜਿਹੜਾ ਸਵਾਲ ਸੀ ਕਿ ਜਿਸ ਬੰਦੇ ਦੀ ਸਿਰਫ ਮਹਿਜ਼ ਮੋਦੀ ਨਾਲ ਫੋਟੋਆਂ ਆਈਆਂ ਤੇ ਉਹਨੂੰ ਗਦਾਰ ਕਿਹਾ ਗਿਆ ਕਿ ਬੀਜੇਪੀ ਦਾ ਪਲਾਂਟਡ ਬੰਦਾ ਹੈ, ਤੇ ਅੱਜ ਤੁਸੀਂ ਆਪ ਕਹਿ ਰਹੇ ਹੋ ਕਿ ਬੂਟਾ ਸਿੰਘ ਬੁਰਜਗੀਲ ਨਰਿੰਦਰ ਤੋਮਰ ਦੀ ਘਰਵਾਲੀ ਨਾਲ ਸ਼ਰਾਬ ਪੀਂਦੇ ਰਹੇ, ਤਾਂ ਫਿਰ ਗਦਾਰ ਕੌਣ ਸੀ? ਮੈਂ ਤੁਹਾਡੇ ਮੂੰਹੋਂ ਇਹ ਸੁਣਨਾ ਚਾਹੁੰਦਾ। ਲੋਕ ਤਾਂ ਇਹ ਤੈਅ ਕਰ ਚੁੱਕੇ ਨੇ ਮਹਿਮਾ ਸਾਹਿਬ। ਮੱਕੜ ਸਾਹਿਬ ਅਸੀਂ ਨਹੀਂ ਲੁਕੋਇਆ। ਅੱਜ ਵੀ ਕੋਈ ਸਾਡਾ ਐਸਾ ਨਹੀਂ ਹੈਗਾ ਕਿ ਬੂਟਾ ਸਿੰਘ ਬੁਰਜਗਿੱਲ ਨਾਲ ਕੋਈ ਦੁਸ਼ਮਣੀ ਬਣ ਗਈ ਜਾਂ ਕੋਈ ਵਖਰੇਵਾ ਹੋ ਗਿਆ। ਅੱਜ ਵੀ ਬੂਟਾ ਸਿੰਘ ਬੁਰਜਗਿੱਲ, ਅੱਜ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਸੂਬੇ ਦਾ ਪ੍ਰਧਾਨ ਹੈ ਬੂਟਾ ਸਿੰਘ ਬੁਰਜਗਿੱਲ। ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਸੂਬਾ ਕਮੇਟੀ ਮੈਂਬਰ ਹਾਂ ਇਸ ਵਕਤ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਪਰ ਅਸੀਂ ਜੋ ਗੱਲ ਸੀ ਲੋਕਾਂ ਦੀ ਕਚਹਿਰੀ 'ਚ ਰੱਖ ਦਿੱਤੀ। ਮੈਂ ਫਿਰ ਕਹਿਣਾ ਕਿ ਲੋਕ ਫੈਸਲਾ ਜੋ ਸੁਣਾਉਣਗੇ ਉਹ। ਮਹਿਮਾ ਸਾਹਿਬ ਇਹ ਗੱਦਾਰੀ ਨਹੀਂ ਹੈ ਪੰਜਾਬ ਦੇ ਲੋਕਾਂ ਨਾਲ? ਮੈਂ ਤਾਂ ਇਕਰਾ ਨਹੀਂ ਕਿਹਾ ਗਦਾਰੀ ਨਹੀਂ ਹੈ। ਮੈਂ ਤਾਂ ਨਹੀਂ ਕਹਿੰਦਾ ਗਦਾਰੀ ਨਹੀਂ ਹੈ। ਮੈਂ ਤਾਂ ਕਹਿੰਦਾ ਗਦਾਰੀ ਤੋਂ ਵੀ 2 ਕਦਮ ਅੱਗੇ ਆ। ਇਹ ਗਦਾਰੀ ਤੋਂ ਵੀ 2 ਕਦਮ ਅੱਗੇ ਆ। ਜਦੋਂ ਅਸੀਂ 700 ਕਿਸਾਨ ਦੀ ਲਾਸ਼ ਹੱਥੀਂ ਪੋਸਟਮਾਰਟਮ ਕਰਾ ਕੇ ਪੰਜਾਬ ਕੱਲੀ ਏ, ਬਹੁਤਿਆਂ ਦੇ ਸੰਸਕਾਰ 'ਚ ਵੀ ਸ਼ਾਮਲ ਹੋਏ ਆ, ਬਹੁਤਿਆਂ ਨੂੰ ਰੋਂਦੇ ਵਿਲਕਦਿਆਂ ਨੂੰ ਚੁੱਪ ਵੀ ਕਰਾਇਆ ਹੈ, ਤਾਂ ਇਹ ਮੈਨੂੰ ਲੱਗਦਾ ਹੈ ਕਿ ਇਹ ਉਹਨਾਂ ਸਾਰੀਆਂ ਲਾਸ਼ਾਂ ਦੇ ਉਹ ਸਾਰੇ ਜਿਹੜੇ ਡੁੱਲੇ ਹੋਏ ਖੂਨ ਦਾ ਮਜ਼ਾਕ ਸੀ ਪਾਰਟੀਆਂ ਕਰਨਾ ਉਹਨਾਂ ਦੁਸ਼ਮਣ ਜਮਾਤ ਦੇ ਨੁਮਾਇੰਦਿਆਂ ਦੇ ਨਾਲ। ਤਾਂ ਇਹ ਗਦਾਰੀ ਨਾਲੋਂ ਵੀ ਜੇ ਤੁਹਾਨੂੰ ਕੋਈ ਹੋਰ ਸ਼ਬਦ ਲੱਭਦਾ ਜੇ ਤਾਂ ਦੇ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਪਰ ਮੈਂ ਕਹਿ ਰਿਹਾ ਕਿ ਅਸੀਂ ਲੋਕਾਂ ਤੇ ਛੱਡਾਂਗੇ, ਲੋਕ ਜੋ ਮਰਜ਼ੀ ਗਦਾਰੀ ਤੋਂ ਵੀ ਵੱਡਾ ਕੋਈ ਦੇਣਗੇ ਸਰਟੀਫਿਕੇਟ ਤੇ ਉਹ ਮਿਲਣਾ ਚਾਹੀਦਾ। ਕੀ ਇਹ ਪੋਸੀਬਿਲਿਟੀ ਹੈ ਕਿ ਇਸ ਤੋਂ ਪਹਿਲਾਂ ਵੀ ਕੋਈ ਮੀਟਿੰਗਾਂ ਹੋਈਆਂ ਹੋਣ ਘੋਲ ਜਿੱਤਣ ਤੋਂ ਪਹਿਲਾਂ ਵੀ, ਯਾਨੀ ਕਿ ਮੋਦੀ ਦੇ ਇਹ ਅਨਾਉਂਸ ਕਰਨ ਤੋਂ ਗੁਰਪੁਰਬ ਵਾਲੇ ਦਿਨ ਕਿ ਤਿੰਨੇ ਕਾਨੂੰਨ ਵਾਪਸ ਲੈ ਜਾਂਦੇ, ਉਸ ਤੋਂ ਪਹਿਲਾਂ ਵੀ ਕੋਈ ਮੀਟਿੰਗਾਂ ਹੋਈਆਂ ਹੋਣ? ਬਿਲਕੁਲ ਹੋਈਆਂ। ਜਿਹੜੀ ਇਹ ਚਿੱਠੀ ਦਾ ਸਾਰ ਤੱਤ ਏ, ਜਿਹੜੀ ਪੜਤਾਲੀਆ ਕਮੇਟੀ ਸੰਯੁਕਤ ਕਿਸਾਨ ਮੋਰਚੇ ਦੀ ਬਣੀ ਏ, ਜਿਹਦੇ ਇੱਕ ਮੈਂਬਰ ਜੋਗਿੰਦਰ ਸਿੰਘ ਉਗਰਾਹਾਂ ਨੇ, ਜਿਹੜੀ ਜੋਗਿੰਦਰ ਸਿੰਘ ਉਗਰਾਹਾਂ ਦੀ ਇਹ ਚਿੱਠੀ ਏ, ਉਹਦਾ ਸਾਰ ਤੱਤ ਇਹ ਆ ਕਿ ਜਿਹੜੀ 14 ਨਵੰਬਰ ਦੀ ਮੀਟਿੰਗ ਏ,
14 ਨਵੰਬਰ ਦੀ ਮੀਟਿੰਗ ਦੇ ਵਿੱਚ ਸਾਡੀ ਜਥੇਬੰਦੀ ਦੇ ਸੂਬਾ ਪ੍ਰਧਾਨ ਇਹ ਪੋਜੀਸ਼ਨ ਰੱਖ ਕੇ ਆਏ ਨੇ ਕਿ ਤੁਸੀਂ ਕੱਲੀ ਐਮਐਸਪੀ ਦੇ ਦਿਓ ਤੇ ਤਿੰਨੇ ਕਾਨੂੰਨ ਲਾਗੂ ਕਰ ਲਓ। ਮੱਕੜ ਸਾਹਿਬ, ਇਹ ਸਾਨੇ ਹੱਥ 'ਚ ਅੱਜ ਚਿੱਠੀ ਆਈ ਤੇ ਸਾਨੂੰ ਇਸ ਗੱਲ ਦਾ ਪਤਾ ਲੱਗਾ ਹੈ, ਸਾਨੂੰ ਨਹੀਂ ਸੀ ਇਸ ਗੱਲ ਦਾ ਪਤਾ। ਹਾਂ, ਬੂਟਾ ਸਿੰਘ ਬੁਰਜਗਿੱਲ ਕਹਿ ਕੇ ਆਏ ਕਿ ਕੱਲੀ ਐਮਐਸਪੀ ਦੇ ਦਿਓ, ਤਿੰਨੇ ਕਾਨੂੰਨ ਭਾਵੇਂ ਲਾਗੂ ਕਰ ਲਓ, ਤਿੰਨੇ ਕਾਨੂੰਨ ਲਾਗੂ ਕਰ ਲਓ। ਇਸ ਚਿੱਠੀ ਕਹਿ ਰਹੀ ਹੈ ਜੋਗਿੰਦਰ ਸਿੰਘ ਉਗਰਾਹਾਂ ਦੇ ਜ਼ਬਾਨੀ ਹੈ ਕਿ ਸਾਡੇ ਸਾਰੇ ਆਗੂਆਂ ਦੀ ਹਾਜ਼ਰੀ 'ਚ ਇਹਨਾਂ ਨੇ ਇਹ ਗੱਲ ਕਹੀ ਹੈ। ਅੱਜ ਉਹਨਾਂ ਨੇ ਸਾਡੇ ਤੋਂ ਪੁੱਛਿਆ ਹੈ ਕਿ ਇਹ ਪੋਜੀਸ਼ਨ ਤੁਹਾਡੀ ਜਥੇਬੰਦੀ ਦੀ ਸੀ ਜਾਂ ਇਹ ਪੋਜੀਸ਼ਨ ਹੈ ਜਿਹੜੀ ਕੱਲੇ ਬੂਟਾ ਸਿੰਘ ਬੁਰਜਗਿੱਲ ਦੀ ਸੀ। ਤਾਂ ਅਸੀਂ ਅੱਜ ਤੁਹਾਡੇ ਚੈਨਲ ਨਾਲ ਠੋਕ ਵਜਾ ਕੇ ਕਹਿੰਦੇ ਆ, ਇਹ ਸਾਡੀ ਪੋਜੀਸ਼ਨ ਕਦੇ ਵੀ ਨਹੀਂ ਸੀ ਕਿ ਤਿੰਨੇ ਕਾਨੂੰਨ ਲਾਗੂ ਕਰ ਲਓ, ਐਮਐਸਪੀ ਦੇ ਦਿਓ। ਜਿਹੜੇ ਵੀ ਬੰਦੇ ਨੇ ਪੋਜੀਸ਼ਨ ਰੱਖੀ ਹੈ ਇਹ ਬਿਲਕੁਲ ਗਲਤ ਰੱਖੀ ਹੈ, ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਪੋਜੀਸ਼ਨ ਹੈ। ਤੁਹਾਨੂੰ ਪੁੱਛਿਆ ਨਹੀਂ ਗਿਆ ਇਸ ਪੋਜੀਸ਼ਨ ਨਾਲ ਬਿਲਕੁਲ ਨਾ ਤਾਂ ਬਿਨਾਂ ਪੁੱਛੇ ਪੋਜੀਸ਼ਨ ਜਾ ਕੇ ਦੱਸੀ। ਇਹ ਜਿਹੜੀ ਗੱਲ ਕਹੀ ਗਈ ਹੈ ਕਿਸ ਮੀਟਿੰਗ 'ਚ ਕਹੀ ਗਈ? ਬੂਟਾ ਸਿੰਘ ਬੁਰਜਗਿੱਲ ਤੇ ਇਹ ਦੋਸ਼ ਲਾ ਰਹੇ ਹੋ। 14 ਨਵੰਬਰ ਦੀ ਜਿਸ ਮੀਟਿੰਗ ਦੇ ਵਿੱਚ ਤੋਮਰ ਔਰ ਪਿਊਸ਼ ਗੋਇਲ ਦੋਵੇਂ ਸ਼ਾਮਲ ਸਨ ਜੀ, ਇਸ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਗਈ ਹੈ। ਇਸ ਮੀਟਿੰਗ ਇੰਡੀਵਿਜੂਅਲੀ ਮਹਿਮਾ ਸਾਹਿਬ ਉੱਥੇ ਇੰਡੀਵਿਜੂਅਲੀ ਸਾਰੀ ਜਥੇਬੰਦੀਆਂ ਦਾ ਸਟੇਕ ਪੁੱਛਿਆ ਗਿਆ ਵੀ ਕੌਣ ਕੀ ਚਾਹੁੰਦਾ? ਨਹੀਂ, ਹੁੰਦਾ ਇਹ ਸੀ ਕਿ 40 ਜਥੇਬੰਦੀਆਂ ਦੇ ਨੁਮਾਇੰਦੇ ਉਹਦੇ ਵਿੱਚ ਸ਼ਾਮਲ ਹੁੰਦੇ ਸੀ ਮੀਟਿੰਗ 'ਚ, ਪਰ ਗੱਲਬਾਤ ਕਰਨ ਲਈ ਵੱਖ ਤੌਰ ਤੇ ਨੁਮਾਇੰਦੇ ਤੈਅ ਕਰ ਲਏ ਜਾਂਦੇ ਸੀ ਕਿ ਆਹ ਜਿਹੜੇ ਨੁਮਾਇੰਦੇ ਨੇ ਇਹ ਗੱਲਬਾਤ ਕਰਨਗੇ। ਤਾਂ ਉਹਨਾਂ ਦੇ ਵਿੱਚ ਹੀ ਇਹ ਜਿਹੜੇ ਨੁਮਾਇੰਦੇ ਗੱਲਬਾਤ ਲਈ ਤੈਅ ਹੋਏ ਸੀ। ਇਹਨਾਂ ਨੁਮਾਇੰਦਿਆਂ ਦੇ ਜਦੋਂ ਬੂਟਾ ਸਿੰਘ ਬੁਰਜਗਿੱਲ ਨੇ ਇਹ ਗੱਲ ਰੱਖੀ ਹੈ ਕਿ ਬੇਸ਼ੱਕ ਤਿੰਨੇ ਕਾਨੂੰਨ ਲਾਗੂ ਕਰ ਲਓ, ਸਾਨੂੰ ਕੱਲੀ ਐਮਐਸਪੀ ਦੇ ਦਿਓ, ਤਾਂ ਕੀ ਬਾਕੀ ਜਥੇਬੰਦੀਆਂ ਨੇ ਫਿਰ ਵਿਰੋਧ ਨਹੀਂ ਕੀਤਾ? ਸੰਯੁਕਤ ਮੋਰਚੇ ਦੀ ਆਪ ਦੀ ਮੀਟਿੰਗ ਜਿਹੜੀ ਹੁੰਦੀ ਉਹਦੇ 'ਚ ਵਿਰੋਧ ਨਹੀਂ ਹੋਇਆ ਇਸ ਗੱਲ ਦਾ ਵੀ ਇਹ ਪੋਜੀਸ਼ਨ ਕਿਉਂ ਲਈ ਤੁਸੀਂ ਉੱਥੇ ਜਾ ਕੇ? ਅੰਦਰ ਹੋਇਆ ਹੋਵੇਗਾ ਵਿਰੋਧ, ਬਿਲਕੁਲ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਅੰਦਰ ਵਿਰੋਧ ਹੋਇਆ ਹੋਵੇਗਾ। ਕੀ ਇਕੱਲੇ ਬੂਟਾ ਸਿੰਘ ਬੁਰਜਗਿੱਲ ਦੀ ਪੋਜੀਸ਼ਨ ਸੀ ਜਾਂ ਹੋਰ ਕਿਸੇ ਦੀ ਵੀ ਸੀ? ਨਹੀਂ, ਇਹ ਬੂਟਾ ਸਿੰਘ ਬੁਰਜਗਿੱਲ ਦੀ ਪੋਜੀਸ਼ਨ ਸੀ। ਮੈਂ ਕਹਿ ਰਿਹਾ ਵੀ ਇਹ ਪੋਜੀਸ਼ਨ ਰੱਖਣ ਤੋਂ ਪਹਿਲਾਂ ਸਾਡੀ ਜਥੇਬੰਦੀ 'ਚ ਪਾਸ ਨਹੀਂ ਸੀ ਹੋਈ, ਔਰ ਨਾ ਹੀ ਇਹ ਰੱਖਣ ਤੋਂ ਬਾਅਦ ਆ ਕੇ ਗੱਲ ਸਾਡੇ ਨਾਲ ਹੋਈ ਕਿ ਅਸੀਂ ਉੱਥੇ ਇਹ ਪੋਜੀਸ਼ਨ ਰੱਖ ਚੁੱਕੇ ਹਾਂ। ਤਾਂ ਕੀ ਇਹ ਪੋਸਿਬਿਲਿਟੀ ਹੈ ਵੀ ਇਹ ਪੋਜੀਸ਼ਨ ਜਦੋਂ ਲਈ ਗਈ 14 ਨਵੰਬਰ ਦੀ ਮੀਟਿੰਗ ਤੋਂ ਪਹਿਲਾਂ, ਤੁਸੀਂ ਕਹਿ ਰਹੇ ਹੋ ਕਿ 14 ਨਵੰਬਰ ਨੂੰ ਇਹ ਗੱਲ ਹੁੰਦੀ, ਤਾਂ ਕੀ ਉਸ ਤੋਂ ਪਹਿਲਾਂ ਹੋ ਸਕਦਾ ਬੂਟਾ ਸਿੰਘ ਬੁਰਜਗਿੱਲ ਮਿਲਦੇ ਰਹੇ ਜਾਂ ਨਰਿੰਦਰ ਤੋਮਰ ਨੂੰ ਜਾਂ ਕਿਸੇ ਹੋਰ ਮੰਤਰੀ ਨੂੰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ? ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਾਂਗਾ ਕਿਉਂਕਿ ਮੇਰੇ ਕੋਲ ਇਹਦਾ ਕੋਈ ਐਸਾ ਤੱਤ ਨਹੀਂ ਹੈਗਾ ਕਿ ਮਿਲਦੇ ਰਹੇ ਜਾਂ ਨਾ ਮਿਲਦੇ ਰਹੇ। ਪਰ ਜਿਹੜੀ ਇਹਦਾ ਉਲੇਖ ਇਹਦੇ ਵਿੱਚ ਦੋ ਚਿੱਠੀਆਂ ਵਾਲਾ ਉਲੇਖ ਹੈ ਜੋਗਿੰਦਰ ਸਿੰਘ ਉਗਰਾਹਾਂ ਹਰਾਂ ਦੀ ਇਸ ਰਿਪੋਰਟ ਦੇ ਵਿੱਚ, ਉਹ ਦੋਵਾਂ ਚਿੱਠੀਆਂ ਵਾਲੀ ਗੱਲ ਬਿਲਕੁਲ ਸੱਚੀ ਹੈ। ਦੋਵੇਂ ਚਿੱਠੀਆਂ ਨੇ ਜਿਹੜੀਆਂ, ਪਹਿਲੀ ਚਿੱਠੀ ਜਦੋਂ ਭੇਜੀ ਗਈ ਹੈ, ਭੇਜਣ ਤੋਂ ਬਾਅਦ ਸਾਡੀ ਜਿਹੜੀ ਕਮੇਟੀ ਦੇ ਵਿੱਚ ਇਹ ਗੱਲ ਆਈ ਹੈ ਕਿ ਐਸੀ ਕੋਈ ਚਿੱਠੀ ਇਹਨਾਂ 5 ਜਾਂ 6 ਆਗੂਆਂ ਨੇ ਭੇਜੀ ਹੈ ਡਰਾਫਟ ਬਣਾ ਕੇ ਅਮਿਤ ਸ਼ਾਹ ਨੂੰ, ਤਾਂ ਸਾਡੀ ਜਥੇਬੰਦੀ ਦੇ ਵਿੱਚ ਇਹ ਬਕਾਇਦਾ ਪਾਸ ਹੋਇਆ ਕਿ ਇਹ ਤੁਸੀਂ ਗਲਤ ਕੀਤਾ ਹੈ। ਇਹ ਜਿਹੜੀ ਪੋਜੀਸ਼ਨ ਤੁਸੀਂ ਇਹ ਰੱਖ ਰਹੇ ਹੋ ਕਿ ਤਿੰਨਾਂ ਕਾਨੂੰਨਾਂ ਨੂੰ ਸਸਪੈਂਡ ਕਰਨ ਵਾਲੀ 1.5 ਸਾਲ ਵਾਸਤੇ, ਇਹ ਬਿਲਕੁਲ ਗਲਤ ਹੈ ਤੇ ਉਸ ਚਿੱਠੀ ਨੂੰ ਵਾਪਸ ਕਰੋ। ਫਿਰ ਇਹ ਚਿੱਠੀ ਵਾਪਸ ਕੀਤੀ ਗਈ ਹੈ। ਫੋਨ ਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਇਹ ਚਿੱਠੀ ਅੱਗੇ ਸਰਕਾਰ ਤੱਕ ਪਹੁੰਚਦੀ ਨਾ ਕਰਿਆ ਜੇ ਕਿਉਂਕਿ ਇਹਦੇ ਤੇ ਸਾਡੀ ਸਹਿਮਤੀ ਨਹੀਂ ਬਣ ਰਹੀ। ਪਰ ਇਹ ਚਿੱਠੀ ਆਪਦੇ ਤੌਰ ਤੇ ਲਿਖ ਦਿੱਤੀ ਗਈ ਸੀ। ਜਿਹੜੀ ਦੂਜੀ ਚਿੱਠੀ ਲਿਖੀ ਜਾਂਦੀ ਹੈ, ਦੂਜੀ ਚਿੱਠੀ ਜਿਹਦੇ ਵਿੱਚ ਇਹ ਪੋਜੀਸ਼ਨ ਰੱਖੀ ਜਾਂਦੀ ਹੈ ਕਿ ਇੱਕ ਕਾਨੂੰਨ ਨੂੰ ਸਸਪੈਂਡ ਕਰ ਦਿੱਤਾ ਜਾਵੇ, ਇੱਕ ਕਾਨੂੰਨ ਨੂੰ ਮਾਡਰਨ ਜਿਹੜਾ ਐਕਟ ਬਣਾ ਦਿੱਤਾ ਜਾਵੇ ਤੇ ਇੱਕ ਕਾਨੂੰਨ ਨੂੰ ਜਿਹੜਾ ਹੈ ਉਹ ਰਾਜਾਂ ਦੇ ਉੱਤੇ ਛੱਡ ਦਿੱਤਾ ਜਾਵੇ। ਇਹ ਜਿਹੜੀ ਚਿੱਠੀ ਹੈ, ਇਹ ਚਿੱਠੀ ਵਾਪਸ ਨਹੀਂ ਕੀਤੀ ਗਈ, ਇਹ ਚਿੱਠੀ ਅਮਿਤ ਸ਼ਾਹ ਤੱਕ ਪਹੁੰਚਦੀ ਕਰ ਦਿੱਤੀ ਗਈ ਹੈ। ਇਹ ਚਿੱਠੀ ਦਾ ਕਦੋਂ ਪਤਾ ਲੱਗਦਾ? ਜਦੋਂ ਅਮਿਤ ਸ਼ਾਹ ਹਰੀ ਇਸ ਚਿੱਠੀ ਨੂੰ ਇੱਕ ਸਾਜ਼ਿਸ਼ ਦੇ ਨਾਲ ਵਾਇਰਲ ਕਰ ਦਿੰਦੇ ਨੇ। ਜਦੋਂ ਵਾਇਰਲ ਹੁੰਦੀ ਚਿੱਠੀ ਉਦੋਂ ਪਤਾ ਲੱਗਦਾ ਹੈ ਕਿ ਇੱਕ ਹੋਰ ਚਿੱਠੀ ਵੀ ਇਹਨਾਂ ਆਗੂਆਂ ਵੱਲੋਂ ਲਿਖੀ ਗਈ ਹੈ। ਤਾਂ ਉਸ ਚਿੱਠੀ ਤੇ ਵੀ ਸਾਡਾ ਇਤਰਾਜ਼ ਸੀ। ਜਿਹੜੀ ਪਹਿਲੀ ਚਿੱਠੀ ਸੀ ਉਹ ਉਹਦੇ ਚ ਕਿਹਦੀ ਸਹਿਮਤੀ ਸੀ? ਵੇਖੋ, ਮੈਂ ਸਿਰਫ ਗੱਲ ਕਰਾਂਗਾ BKU ਡਕੌਂਦਾ ਦੇ ਆਗੂਆਂ ਦੀ ਕਿ ਸਾਡੇ ਆਗੂ ਇਹਦੇ ਵਿੱਚ ਸ਼ਾਮਲ ਸਨ। ਜਿਹੜਾ ਉਗਰਾਹਾਂ ਸਾਹਿਬ ਕਹਿ ਰਹੇ ਨੇ, ਮਹਿਮਾ ਸਾਹਿਬ ਤੁਹਾਡਾ ਫਰਜ਼,
ਮੈਂ ਗੱਲ ਪੰਜਾਬ ਕਰ ਦੇ ਰਿਹਾ ਲੋਕਾਂ ਮੈਂ ਦੱਸ ਰਿਹਾ ਮੱਕੜ ਸਾਹਿਬ ਮੈਂ ਦੱਸ ਰਿਹਾ ਕਿ ਇਹ ਜਿਹੜਾ ਉਗਰਾਹਾਂ ਸਾਹਿਬ ਦੀ ਚਿੱਠੀ ਹੈ ਇਹਦੇ ਅਨੁਸਾਰ ਆਪਣਾ ਬਲਵੀਰ ਸਿੰਘ ਰਾਜੇਵਾਲ, ਕੁਲਵੰਤ ਸੰਧੂ ਔਰ ਕਾਦੀਆਂ ਇਹ ਆਗੂ ਇਹਦੇ ਨਾਲ ਇਹ ਚਿੱਠੀ ਲਿਖਣ ਦੇ ਵਿੱਚ ਸ਼ਾਮਲ ਸਨ। ਇਹਨਾਂ ਦਾ ਜੋਗਿੰਦਰ ਸਿੰਘ ਉਗਰਾਹਾਂ ਹਰਾਂ ਦੇ ਕਹਿਣ ਅਨੁਸਾਰ ਇਹ ਸਾਰੇ ਆਗੂ ਸ਼ਾਮਲ ਸਨ। ਕੁਲਵੰਤ ਸੰਧੂ, ਬਲਵੀਰ ਰਾਜੇਵਾਲ ਔਰ ਹਰਮੀਤ ਸਿੰਘ ਕਾਦੀਆਂ ਇਹ ਚਿੱਠੀ ਲਿਖਣ ਦੇ ਵਿੱਚ ਇਹਨਾਂ ਦੀ ਸਹਿਮਤੀ ਸੀ। ਇਹ ਨਾਮ ਵੈਸੇ ਆ ਚੁੱਕੇ ਆ, ਮੀਡੀਆ 'ਚ ਸਾਰੇ ਜਾਣਦੇ ਆ, ਪਰ ਇਸ ਗੱਲ ਦੀ ਅੱਜ ਕਨਫਰਮੇਸ਼ਨ ਤੁਸੀਂ ਦੇ ਰਹੇ ਹੋ ਕਿਉਂਕਿ ਜਦੋਂ ਇਹ ਨਾਮ ਆਏ ਸੀ ਤਾਂ ਬਹੁਤ ਵਾਰੀ ਇਹ ਕਿਹਾ ਗਿਆ ਕਿ ਸ਼ਾਇਦ ਇਹ ਫੌਬਡ ਹੈ ਜਾਂ ਫਿਰ ਇਹ ਸਹੀ ਨਹੀਂ ਹੈ, ਤਾਂ ਇਹ ਇੱਕ ਕਲੈਰਿਟੀ ਹੈ ਤੁਹਾਨੂੰ ਇਸ ਗੱਲ ਦੀ ਅੱਜ? ਬਿਲਕੁਲ ਕਲੈਰਿਟੀ ਹੈ ਜੀ। ਦੋਵੇਂ ਚਿੱਠੀਆਂ ਪਹਿਲੀ ਚਿੱਠੀ ਗਈ ਔਰ ਵਾਪਸ ਕਰਾਈ ਏ, ਦੂਜੀ ਚਿੱਠੀ ਦਾ ਵੀ ਭਿਣਕ ਨਾ ਤਾਂ ਸੰਯੁਕਤ ਮੋਰਚੇ ਨੂੰ ਲੱਗੀ ਏ ਤੇ ਨਾ ਹੀ ਉਹਦੀ ਭਿਣਕ ਸਾਡੀ ਜਥੇਬੰਦੀ ਨੂੰ ਲੱਗਣ ਦਿੱਤੀ ਗਈ ਏ। ਆਪਣੇ ਤੌਰ ਤੇ ਇਹ ਫੈਸਲਾ ਕਰਕੇ ਇਹ ਚਿੱਠੀ ਲਿਖੀ ਗਈ ਏ। ਸਾਡੇ ਆਗੂਆਂ ਨੂੰ ਇਹ ਭਰੋਸਾ ਸੀ ਕਿ ਲੋਕਾਂ ਦੇ ਉੱਤੇ ਜਿੰਨੀ ਸਾਡੀ ਪਕੜ ਹੈ ਆ ਕਿ ਅਸੀਂ ਮਨ ਮਰਜ਼ੀ ਦਾ ਕੋਈ ਵੀ ਫੈਸਲਾ ਜਿਹੜਾ ਹੈ ਲੋਕਾਂ ਨੂੰ ਸੁਣਾ ਕੇ ਰਾਜੀ ਕਰ ਸਕਨੇ ਆ ਇਹਦੇ ਲਈ। ਪਰ ਸਾਡਾ ਉਦੋਂ ਵੀ ਇਹ ਮਤ ਸੀ ਕਿ ਇਹ ਜੇਕਰ ਅਸੀਂ ਐਸੀ ਕੋਈ ਪ੍ਰਪੋਜ਼ਲ ਦੇ ਉੱਤੇ ਇਸ ਘੋਲ ਨੂੰ ਖਤਮ ਕਰਨ ਦੀ ਗੱਲ ਕਰਦੇ ਆ ਤਾਂ ਯਕੀਨ ਰੱਖੋ ਲੋਕ ਪੰਜਾਬ ਨਹੀਂ ਪਹੁੰਚਣ ਦੇਣਗੇ, ਕਦੇ ਵੀ ਪਹੁੰਚਣ ਨਹੀਂ ਦੇਣਗੇ। ਮਰੋਗੇ ਉਂਝ ਵੀ, ਪਰ ਜੇ ਇੱਥੇ ਰਹਿ ਕੇ ਮਰੋਗੇ ਨਾ ਤਾਂ ਸ਼ਹੀਦ ਦੀ ਪਦਵੀ ਲੈ ਕੇ ਲਾਸ਼ ਘਰੇ ਪਹੁੰਚ ਸਕਦੀ ਏ ਤੇ ਉਵੇਂ ਤੁਹਾਡੀ ਲਾਸ਼ ਵੀ ਲੋਕਾਂ ਨੇ ਨਾ ਨਹੀਂ ਜੇ ਘਰਾਂ ਤੱਕ ਪਹੁੰਚਣ ਦੇਣੀ। ਜੇ ਕੋਈ ਵੀ ਐਸਾ ਸਮਝੌਤਾ ਕਰਕੇ ਇਸ ਘੋਲ ਨੂੰ ਬੰਦ ਕਰੋਗੇ ਤਾਂ ਇਸ ਘੋਲ ਨੂੰ ਖਤਮ ਕਰੋਗੇ ਤਾਂ ਮੈਨੂੰ ਕੋਈ ਵੀ ਕਹਿਣ 'ਚ ਇਤਰਾਜ਼ ਨਹੀਂਗਾ ਕਿ ਵੱਡੀਆਂ ਜਥੇਬੰਦੀਆਂ ਸੀ, ਵਿਸ਼ਾਲ ਘੇਰਾ ਸੀ ਕਿਸਾਨ ਮੋਰਚੇ ਦਾ, ਜਿਹਦੇ ਕਰਕੇ ਕੁਝ ਆਗੂਆਂ ਦੀ ਨਹੀਂ ਚੱਲੀ, ਨਹੀਂ ਤੇ ਪਿਛਲਾ ਇਤਿਹਾਸ ਫਿਰ ਇੱਕ ਵਾਰ ਦੁਹਰਾ ਦਿੱਤਾ ਜਾਂਦਾ, ਲੋਕਾਂ ਨੂੰ ਵੇਚ ਦਿੱਤਾ ਜਾਂਦਾ। ਸਰਕਾਰ ਇੰਨੀ ਪ੍ਰੈਸ਼ਰਾਈਜ਼ ਕਿਉਂ ਹੋ ਗਈ? ਜੇ ਨਵੰਬਰ ਤੱਕ ਤਾਂ ਇਹ ਗੱਲਾਂ ਹੋ ਰਹੀਆਂ ਸੀ ਵੀ MSP ਕੱਲੀ ਦੇ ਦਿਓ, ਭਾਵੇਂ ਤਿੰਨੇ ਕਾਨੂੰਨ ਲਾਗੂ ਕਰ ਲਓ, ਫਿਰ 2 ਚਿੱਠੀਆਂ, ਫਿਰ ਇੱਥੋਂ ਤੱਕ ਕਿਹਾ ਗਿਆ ਕਿ ਇੱਕ ਫਰੀਜ਼ ਕਰ ਦਿਓ, ਇੱਕ ਰਾਜਾਂ ਦੀ ਬਣਾ ਦਿਓ, ਇੱਕ ਲਾਗੂ ਕਰ ਦਿਓ। ਜੇ ਇੱਥੋਂ ਤੱਕ ਗੱਲਾਂ ਨਵੰਬਰ 'ਚ ਹੋ ਗਈਆਂ ਤੇ ਫਿਰ ਇਹ ਜਾ ਕੇ ਸਰਕਾਰ ਐਡੀ ਢਿੱਲੀ ਕਿਉਂ ਪੈ ਗਈ? ਵਾਪਸ ਕਿਉਂ ਕਰ ਲਿਆ ਸਰਕਾਰ ਨੇ? ਦੇਖੋ ਸਾਨੂੰ ਇਹ ਲੱਗਦਾ ਹੈ ਕਿ ਜੇ ਇਹ ਗੱਲਾਂ ਨਾ ਹੁੰਦੀਆਂ, ਜੇ ਆ ਸਾਰੀਆਂ ਗੱਲਾਂ ਨਾ ਹੁੰਦੀਆਂ ਤੇ ਹੋ ਸਕਦਾ ਅਸੀਂ ਇਹ ਘੋਲ ਪਹਿਲੇ 1.5, 2 ਜਾਂ 3 ਮਹੀਨਿਆਂ 'ਚ ਹੀ ਜਿੱਤ ਜਾਂਦੇ। ਜੇ ਸਾਨੂੰ ਸਾਲ ਤੋਂ ਉੱਤੇ ਦਾ ਸਮਾਂ ਲੱਗ ਗਿਆ ਹੈ ਨਾ, ਉਹ ਇਸ ਕਰਕੇ ਲੱਗ ਗਿਆ ਹੈ ਕਿ ਇਹ ਜਿਹੜੇ ਵੀਕ ਪੁਆਇੰਟ ਸੀ ਇਹ ਸਰਕਾਰ ਦੇ ਕੋਲ ਸਾਡੇ ਆਗੂ ਰੱਖ ਚੁੱਕੇ ਸੀ ਤਾਂ ਸਰਕਾਰ ਉਹਦੇ ਤੇ ਲਗਾਤਾਰ ਆਪਦੀਆਂ ਕੋਸ਼ਿਸ਼ਾਂ ਜਾਰੀ ਰੱਖ ਰਹੀ ਸੀ ਕਿ ਜੇ ਇਹਨਾਂ ਆਗੂਆਂ ਦੇ ਕੋਲ ਇਹ ਵੀਕ ਪੁਆਇੰਟ ਹੈ ਨੇ ਤਾਂ ਇਹਦੇ ਵਿੱਚੋਂ ਅਸੀਂ ਆਪਦੀ ਮਨਮਰਜ਼ੀ ਦਾ ਫੈਸਲਾ ਕਰਾ ਸਕਨੇ ਆ। ਤਾਂ ਇਹ ਘੋਲ ਲੰਮਾ ਚੱਲਣ ਪਿੱਛੇ ਵੀ ਮੈਨੂੰ ਲੱਗਦਾ ਇਹ ਕਾਰਨ ਹੋ ਸਕਦਾ। ਇਹਦੇ ਨਾਲ ਜੁੜਵਾ ਬਹੁਤ ਇੰਪੋਰਟੈਂਟ ਸਵਾਲ ਹੈ, 26 ਜਨਵਰੀ ਨੂੰ ਸਹੀ ਕੀ ਹੋਇਆ? ਸੱਚ ਦੱਸਿਓ, ਅੱਜ ਤੁਸੀਂ ਅੰਦਰ ਰਹੇ ਜਥੇਬੰਦੀ ਦੇ, ਅੱਜ ਜੋ ਹਾਲਾਤ ਬਣੇ ਨੇ, 26 ਜਨਵਰੀ ਦੀ ਕਾਲ ਪਹਿਲਾਂ ਦਿੱਤੀ ਗਈ, ਫਿਰ ਕਾਲ ਕਿਉਂ ਵਾਪਸ ਲਈ ਗਈ? ਇਹ ਕਿਉਂ ਹੋਇਆ? ਨਹੀਂ, ਕਾਲ ਵਾਪਸ ਕਿਹੜੀ ਲਈ ਗਈ? ਰੂਟ ਦੀ ਪਹਿਲਾਂ ਰੂਟ ਆਪ ਹੀ ਦਿੱਤਾ ਗਿਆ ਕਿ ਰਿੰਗ ਰੋਡ ਤੇ ਜਾਣਾ, ਕਿਸਾਨ ਜਥੇਬੰਦੀਆਂ ਨੇ ਹੀ ਦਿੱਤਾ, ਬਾਅਦ ਦੇ ਵਿੱਚ ਪੁਲਿਸ ਨਾਲ ਮੀਟਿੰਗਾਂ ਕਰਕੇ ਨਵਾਂ ਰੂਟ ਦਿੱਤਾ ਗਿਆ। ਮੈਨੂੰ ਇਹ ਗੱਲ ਮੈਂ ਤੁਹਾਨੂੰ ਦੱਸਣਾ ਜਿਹੜੀ ਮੈਂ ਸ਼ਾਇਦ ਅੱਗੇ ਹੁਣ ਇੱਕ ਹੀ ਚਾਹਨਾ ਹੋਈ ਏ, ਜਦੋਂ ਅਸੀਂ ਘੋਲ ਜਿੱਤ ਕੇ ਆ ਗਏ ਆ ਨਾ ਤਾਂ BJP ਦਾ ਇੱਕ MLA ਕਿਸੇ ਮਸਲੇ 'ਚ ਅਸੀਂ ਬੈਠੇ, ਉਹ ਸਾਡੇ ਕੋਲ ਆਇਆ, ਉਦੋਂ ਉਹ BJP ਨੂੰ ਰਿਜ਼ਾਈਨ ਕਰ ਚੁੱਕਾ ਸੀ MLA। ਉਸ MLA ਨੇ ਸਾਡੇ ਕੋਲ ਇਹ ਗੱਲ ਮੰਨੀ ਕਿ ਜੇ 26 ਜਨਵਰੀ ਨੂੰ ਤੁਹਾਡੇ ਜਿਹੜੇ ਨੌਜਵਾਨ ਨੇ ਰਿੰਗ ਰੋਡ ਤੋਂ ਜਿੱਥੇ ਉਹਨਾਂ ਨੂੰ ਜਾਮ ਲਾ ਕੇ ਨਾਗਲੋਈ ਦੇ ਬਾਜ਼ਾਰਾਂ ਦੇ ਵਿੱਚ ਧੱਕਿਆ ਜਾ ਰਿਹਾ ਸੀ, ਜੇਕਰ ਨੌਜਵਾਨ ਨਾਗਲੋਈ ਵਾਲੇ ਉਸ ਰਸਤੇ ਤੇ ਪੈ ਜਾਂਦੇ ਤਾਂ ਜਿੰਨੇ ਨੌਜਵਾਨ ਵੀ ਜਾਂਦੇ ਉਹਨਾਂ ਚੋਂ ਇੱਕ ਨੌਜਵਾਨ ਵੀ ਵਾਪਸ ਨਹੀਂ ਸੀ ਆਉਣ ਦੇਣਾ ਉਹਨਾਂ ਨੇ। ਇਹ ਪਲੈਨਿੰਗ ਸੀ BJP ਦੀ। ਉਸ MLA ਨੇ ਇਹ ਗੱਲ ਮੰਨੀ ਏ ਕਿ ਛੱਤਾਂ ਦੇ ਉੱਤੇ ਸੈਂਕੜੇ ਲੀਟਰ ਪੈਟਰੋਲ ਦੇ ਪੈਟਰੋਲ ਬੰਬ ਬਣਾ ਕੇ ਰੱਖੇ ਹੋਏ ਸੀ, ਜਿਨ੍ਹਾਂ ਰਾਹੀਂ ਹਮਲਾ ਕੀਤਾ ਜਾਣਾ ਸੀ ਉੱਥੋਂ ਲੰਘਣ ਵਾਲੇ ਕਿਸਾਨਾਂ ਦੇ ਉੱਤੇ। ਤਾਂ 26 ਜਨਵਰੀ ਨੂੰ ਵੀ ਮੈਨੂੰ ਲੱਗਦਾ ਵੀ ਪੂਰੇ ਦਾ ਪੂਰਾ ਇੱਕ ਸਾਜ਼ਿਸ਼ ਸੀ ਇਸ ਘੋਲ ਨੂੰ ਸਮਾਪਤ ਕਰ ਦੇਣ ਦੀ।
ਜਿਹਦੇ 'ਚ ਸਰਕਾਰ ਕਾਮਯਾਬ ਨਹੀਂ ਹੋਈ, ਜੇਕਰ ਉਹਨਾਂ ਦੇ ਅਨੁਸਾਰ ਸਾਰਾ ਚੱਲ ਜਾਂਦਾ ਤਾਂ 26 ਜਨਵਰੀ ਨੂੰ ਹੀ ਇਸ ਘੋਲ ਦਾ ਭੋਗ ਪਾ ਦੇਣਾ ਸੀ ਉਹਨਾਂ ਨੇ। ਜਿਹੜੀ ਲੱਗਦਾ ਵੀ ਲੋਕਾਂ ਦੀ ਸਮਝਦਾਰੀ ਨਾਲ, ਲੋਕਾਂ ਦੀ ਅਕਲ ਨਾਲ, ਲੋਕਾਂ ਦੀ ਸਮਝਦਾਰੀ ਨਾਲ ਉਹ ਆਪਦੇ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਹੁਣ ਤੁਹਾਡੀ ਪ੍ਰਧਾਨ ਹੁਣ ਜਿਹੜੀ ਤੁਹਾਡੀ ਜਥੇਬੰਦੀ ਹੈ ਇਹ ਕਬੂਲੂਗੀ ਬੂਟਾ ਸਿੰਘ ਬੁਰਜਗਿੱਲ ਨੂੰ, ਜਾਂ ਤੁਸੀਂ ਆਪ ਇਹ ਤੋਂ ਲਹਿਦਾ ਹੋਣ ਦਾ ਸੋਚੋਗੇ? ਨਹੀਂ, ਕਿਉਂ ਲਹਿਦਾ ਹੋਵਾਂਗੇ ਜੀ? ਖੂਨ ਪਸੀਨੇ ਨਾਲ ਸਿੱਧੀ ਏ। ਵੇਖੋ, ਸਾਡਾ ਜਿਹੜਾ ਸੁਪਰੀਮ ਅਦਾਰਾ ਏ ਇਹ ਕੋਈ ਸੂਬਾ ਕਮੇਟੀ ਨਹੀਂ ਗੀ। ਸਾਡਾ ਸੁਪਰੀਮ ਅਦਾਰਾ ਜਿਹੜਾ ਉਹ ਜਨਰਲ ਕੌਂਸਲ ਏ, ਜਿਹਦੇ ਵਿੱਚ ਬਲਾਕਾਂ ਦੇ ਆਗੂ ਤੱਕ ਸ਼ਾਮਲ ਹੁੰਦੇ ਨੇ। ਤਾਂ ਅਸੀਂ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਹੀ ਜਨਰਲ ਕੌਂਸਲ ਬੁਲਾਵਾਂਗੇ ਤੇ ਜਨਰਲ ਕੌਂਸਲ ਦੇ ਵਿੱਚ ਇਹਨਾਂ ਆਗੂਆਂ ਦਾ ਵੀ ਫੈਸਲਾ ਕਰਾਂਗੇ ਕੀ ਕਰਨਾ ਹੈ। ਆ ਜਿਹੜੀ ਚਿੱਠੀ ਆਈ ਹੈ ਇਹਦਾ ਵੀ ਜਵਾਬ ਦੇਵਾਂਗੇ ਤੇ ਲੋਕਾਂ ਵੱਲੋਂ ਇੱਕ ਇੱਕ ਉਠਾਏ ਹੋਏ ਸਵਾਲ ਦਾ ਉਸ ਜਨਰਲ ਕੌਂਸਲ ਦੇ ਵਿੱਚ ਜਵਾਬ ਦੇਵਾਂਗੇ ਔਰ ਇਹਨਾਂ ਆਗੂਆਂ ਦਾ ਫੈਸਲਾ ਕਰਾਂਗੇ, ਕਿਉਂਕਿ ਸੁਪਰੀਮ ਤਾਕਤ ਜਿਹੜੀ ਸਾਡੀ ਉਹ ਜਨਰਲ ਕੌਂਸਲ ਹੈ। ਅਸੀਂ ਕਦੇ ਵੀ BKU ਡਕੌਂਦਾ ਨੂੰ ਨਹੀਂ ਛੱਡਾਂਗੇ। ਕੱਲ ਵੀ ਲੋਕਾਂ ਲਈ ਲੜੇ ਆ, ਅੱਜ ਵੀ ਲੋਕਾਂ ਲਈ ਲੜਦੇ ਆ, ਕੱਲ ਵੀ ਲੋਕਾਂ ਲਈ ਲੜਦੇ ਰਵਾਂਗੇ। ਪਹਿਲੇ ਦਿਨ ਤੋਂ ਇਹ ਪਰਨ ਕੀਤਾ ਹੈ ਕਿ ਆਖਰੀ ਸਾਹ ਜਥੇਬੰਦੀ ਦੇ ਵਿੱਚ ਹੀ ਲੈਣਾ ਹੈ, ਆਖਰੀ ਸਫ਼ਰ ਜਥੇਬੰਦੀ ਦੇ ਝੰਡੇ ਦੇ ਵਿੱਚ ਹੀ ਕਰਨਾ ਹੈ ਔਰ ਉਸ ਵਾਅਦੇ ਨੂੰ ਪੂਰਾ ਕਰਾਂਗੇ। ਆਖਰੀ ਸਾਹ ਵੀ ਜਥੇਬੰਦੀ ਚ ਲਵਾਂਗੇ, ਆਖਰੀ ਸਫ਼ਰ ਵੀ ਜਥੇਬੰਦੀ ਦੇ ਝੰਡੇ 'ਚ ਹੀ ਕਰਾਂਗੇ। ਇਸ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਜਥੇਬੰਦੀ 'ਚ ਵੀ ਰਹੇ ਹੋ? ਜੀ, ਬਹੁਤ ਵਾਰਾਂ ਅਸੀਂ ਸਿੱਧੂਪੁਰ 'ਚ ਸਾਂ। ਸਿੱਧੂਪੁਰ 'ਚ ਟੁੱਟ-ਫੁੱਟ ਹੋਈ, ਅਲੱਗ ਹੋ ਕੇ ਚ ਵੀ ਰਹੇ ਤੁਸੀਂ। ਕ੍ਰਾਂਤੀਕਾਰੀ ਬਣਾਈ, ਕ੍ਰਾਂਤੀਕਾਰੀ 'ਚ ਟੁੱਟ-ਫੁੱਟ ਹੋਈ, ਡਕੌਂਦਾ 'ਚ ਕੰਮ ਕਰਨਾ ਸ਼ੁਰੂ ਕੀਤਾ। ਤਾਂ ਮੈਂ ਜਿਹੜੀ ਉਸ ਦਿਨ ਵੀ ਗੱਲ ਕਹੀ ਸੀ ਕਿ ਇਹ ਸਾਡੇ ਨਾਲ ਕੋਈ ਪਹਿਲੀ ਵਾਰੀ ਨਹੀਂ ਹੋਇਆ, ਸਾਡੇ ਨਾਲ ਅੱਗੇ ਵੀ ਬਹੁਤ ਵਾਰੀ ਹੋਇਆ ਕਿ ਜਦੋਂ ਸਾਡੀ ਗੁੱਡੀ ਅਸਮਾਨੇ ਚੜੀ ਹੁੰਦੀ ਹੈ ਤਾਂ ਸਾਡੇ ਆਗੂਆਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ। ਉਹ ਜਥੇਬੰਦੀ ਨੂੰ ਘਰ ਦੀ ਆਪਦੀ ਨਿੱਜੀ ਜਾਇਦਾਦ ਸਮਝਣਾ ਸ਼ੁਰੂ ਕਰ ਦਿੰਦੇ ਨੇ ਔਰ ਸਾਨੂੰ ਫਿਰ ਰੋਲ ਕੇ ਦੁਬਾਰਾ ਉੱਥੇ ਹੀ ਸੱਟਿਆ ਜਾਂਦਾ ਤੇ ਸਾਨੂੰ ਫਿਰ ਸ਼ੁਰੂਆਤ ਕਰਨੀ ਪੈਂਦੀ ਹੈ। ਹੁਣ ਸਾਡਾ ਅਭਿਆਸ ਹੋ ਗਿਆ। ਚੋਣਾਂ ਲੜਨ ਦੇ ਫੈਸਲੇ ਦੇ ਹੱਕ 'ਚ ਸੀਗੇ ਤੁਸੀਂ? ਬਿਲਕੁਲ ਨਹੀਂ ਜੀ। ਚੋਣਾਂ ਲੜਨ ਦਾ ਫੈਸਲਾ ਜਿਹੜਾ ਸਾਡੀ ਸੰਵਿਧਾਨ ਦੇ ਵਿੱਚ ਇਹ ਮੱਧ ਹੈ ਕਿ ਸਾਡਾ ਬਲਾਕ ਆਗੂ ਦਾ ਵੀ ਚੋਣਾਂ ਨਹੀਂ ਲੜ ਸਕਦਾ। ਤਾਂ ਸਾਡਾ ਇਹ ਵੀ ਸਾਡੇ ਇਹਨਾਂ ਆਗੂਆਂ ਦੇ ਉੱਤੇ ਪੂਰਾ ਰੋਸ ਹੈ ਕਿ ਸਾਡੇ ਇਹਨਾਂ ਆਗੂਆਂ ਨੇ ਸੰਯੁਕਤ ਸਮਾਜ ਮੋਰਚਾ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਜਿਹੜੀ ਹੈ ਉਹ ਨਿਭਾਈ, ਇਸ ਆਸ ਦੇ ਨਾਲ ਕਿ ਅਸੀਂ ਆਪਦੀ ਜਥੇਬੰਦੀ ਦੇ ਸੰਵਿਧਾਨ ਦੇ ਵਿੱਚ ਸੋਧ ਕਰ ਲਵਾਂਗੇ ਤੇ ਆਪਦੀ ਜਥੇਬੰਦੀ ਨੂੰ ਇਲੈਕਸ਼ਨ ਲੜਨ ਲਈ ਰਜ਼ਾਮੰਦ ਕਰ ਲਵਾਂਗੇ। ਇਸ ਆਸ ਨਾਲ ਸੰਯੁਕਤ ਸਮਾਜ ਮੋਰਚਾ ਬਣਵਾਇਆ। ਪਰ ਜਦੋਂ ਇਹ ਜਥੇਬੰਦੀ ਦੇ ਵਿੱਚ ਬਹਿਸ ਦਾ ਮੁੱਦਾ ਬਣਿਆ ਚੋਣਾਂ ਵਾਲਾ, ਤਾਂ ਉੱਥੇ ਸਾਡੇ ਇਹਨਾਂ ਆਗੂਆਂ ਦੀ ਜਿਹੜੀ ਸਮਝ ਹੈ ਉਹ 5 ਤੇ 35 ਦੇ ਫਰਕ ਨਾਲ ਹਾਰ ਗਈ ਤੇ ਅਸੀਂ ਆਪਦੀ ਜਥੇਬੰਦੀ ਨੂੰ ਚੋਣਾਂ 'ਚ ਜਾਣ ਤੋਂ ਬਚਾ ਲਿਆ। ਰਾਜੇਵਾਲ ਸਾਹਿਬ ਨਾਲ ਜੇ ਤੁਹਾਡੀ ਕਿਤੇ ਇੰਟਰਵਿਊ ਹੋਵੇ ਤਾਂ ਰਾਜੇਵਾਲ ਸਾਹਿਬ ਦਾ ਕਹਿਣਾ ਇਹ ਆ ਕਿ ਮੇਰਾ ਪੁੱਤਰ 6 ਮਹੀਨੇ ਮੇਰੇ ਨਾਲ ਮਤਲਬ ਉਹਨੇ ਗੱਲ ਨਹੀਂ ਕੀਤੀ। ਕਿਉਂਕਿ ਆਮ ਆਦਮੀ ਪਾਰਟੀ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਤਿਆਰ ਸੀ। ਇਹਨਾਂ ਨੂੰ ਮੇਰਾ ਖਿਆਲ ਜਿੱਤਣ ਤੋਂ ਪਹਿਲਾਂ ਸ਼ੁਰੂ ਹੋ ਗਈਆਂ ਸੀ, ਤੁਹਾਨੂੰ ਲੱਗਦਾ? ਇਹ ਗੱਲਾਂ ਘੋਲ ਜਿੱਤਣ ਤੋਂ ਪਹਿਲਾਂ ਹੀ ਇਹ ਚਰਚਾਵਾਂ ਹੋਣ ਲੱਗ ਗਈਆਂ ਸੀ, ਗੱਲਾਂ ਹੋ ਗਈਆਂ ਸੀ। ਇਹ ਵੇਖੋ, ਸ਼ਾਇਦ ਹੋਈਆਂ ਹੋਣਗੀਆਂ, ਸ਼ਾਇਦ ਹੁਣ ਇਹਦੇ ਤਾਂ ਕੋਈ ਪ੍ਰੂਫ ਹੈ ਨਹੀਂ ਜਾਂ ਇਹਦਾ ਤੇ ਸਾਡੇ ਕੋਲ ਕੋਈ ਤੱਥ ਹੈ ਨਹੀਂ। ਹੋ ਵੀ ਸਕਦੀਆਂ ਨੇ ਹੋਈਆਂ ਹੁਣ, ਪਰ ਇਹਨਾਂ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਲੋਕ ਹੱਥ ਅੱਡੀ ਖੜੇ ਨੇ, ਤੁਹਾਨੂੰ ਉਡੀਕਦੇ ਪਏ ਨੇ ਕਿ ਆਓ ਤੁਹਾਨੂੰ ਵੋਟਾਂ ਪਾਉਣ ਲਈ। ਅਸੀਂ ਉਦੋਂ ਵੀ ਕਿਹਾ ਸੀ ਕਿ ਤੁਹਾਡੇ ਵੱਡੇ ਤੋਂ ਵੱਡੇ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਨਾ ਇਸ ਰਾਹ 'ਚ ਪਿਆ ਜੇ। ਲੋਕ ਤੁਹਾਨੂੰ ਇਸ ਰਾਹ ਪਿਆ ਨਹੀਂ ਵੇਖਣਾ ਚਾਹੁੰਦੇ। ਸਾਡੀ ਉਹ ਭਵਿੱਖਬਾਣੀ ਸੱਚ ਹੋਈ, ਜ਼ਮਾਨਤਾਂ ਜ਼ਬਤ, ਵੱਡੇ ਤੋਂ ਵੱਡੇ ਲੀਡਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਮਹਿਮਾ ਸਾਹਿਬ, ਲੋਕ ਕਹਿੰਦੇ ਆ ਕਿ ਕਿਸਾਨ ਆਗੂਆਂ ਨੇ ਤਾਂ ਪੋਰਟਫੋਲੀਓ ਵੰਡ ਲਏ ਸੀ ਕਿ ਕਿਹੜਾ ਮੰਤਰੀ ਕੌਣ ਬਣੂਗਾ। ਇਹ ਹਾਲਾਤ ਆ ਗਏ ਸੀ ਇੱਕ ਦੌਰ ਦੇ ਵਿੱਚ। ਵੇਖੋ ਜੀ, ਅਸੀਂ ਆਪਦੀ ਜਥੇਬੰਦੀ ਦੀ ਪੋਜੀਸ਼ਨ ਹਰ ਸਮੇਂ ਸਪਸ਼ਟ ਰੱਖੀਏ ਕਿ ਇਲੈਕਸ਼ਨਾਂ ਦੇ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂਗਾ। ਇਲੈਕਸ਼ਨ ਲੜਨਾ ਸਾਡਾ ਕੰਮ ਹੀ ਨਹੀਂ ਹੈ। ਕਿਸੇ ਪਾਰਟੀ ਨੇ ਲੜਨਾ ਇਲੈਕਸ਼ਨ, ਕੋਈ ਲੜੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਇਲੈਕਸ਼ਨਾਂ ਨਾਲ ਨਾ ਕੋਈ ਵਾਸਤਾ ਸੀ, ਨਾ ਹੈ ਔਰ ਨਾ ਹੀ ਕਦੇ ਰੱਖਾਂਗੇ।
ਸਾਡੀ ਪੋਜੀਸ਼ਨ ਸਾਫ਼ ਸੀ, ਅੱਜ ਵੀ ਸਾਫ਼ ਹੈ। ਜਿਹੜੇ ਪਰ ਆਗੂਆਂ ਨੇ ਮੈਂ ਬੜਾ ਲਾਈਟਰ ਜਿਹਾ ਇੱਕ ਸਵਾਲ ਹੈ, ਭਾਵੇਂ ਤੁਸੀਂ ਨਾਮ ਕਿਸੇ ਦਾ ਨਾਂ ਲਿਆ ਜੇ, ਕੀ ਇਹ ਸੱਚ ਸੀਗਾ ਕਿ ਕਈ ਆਗੂਆਂ ਦੇ ਦਿਮਾਗ ਤੇ ਜਿਹੜੀ ਅੰਦੋਲਨ ਦੀ ਸ਼ੌਹਰਤ ਹੈ ਉਹ ਚੜ ਗਈ ਸੀ? ਕੀ ਕੋਈ ਉਹ ਸ਼ੱਕ ਆਪਣੇ ਨਹੀਂ ਆਪ ਜੀ। ਨੂੰ ਮੈਂ ਕਹਿੰਦਾ ਮੁੱਖ ਜੀ, ਮੰਤਰੀ ਰਾਸ਼ਟਰਪਤੀ ਤੱਕ ਸਮਝਣ ਲੱਗ ਗਏ ਸੀ? ਮੈਂ ਕਹਿੰਦਾ ਮੱਕੜ ਸਾਹਿਬ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੋਗਾ ਕਿ ਬੈਠ ਕੇ ਕਿਤੇ ਵਿਚਾਰ ਚਰਚਾ ਹੋ ਗਈਆਂ ਹੋਣਗੀਆਂ ਕਿ ਗ੍ਰਹਿ ਮੰਤਰੀ ਕਿੰਨੇ ਬਣਨਾ ਹੈ, ਸਿੱਖਿਆ ਮੰਤਰੀ ਕਿੰਨੇ ਬਣਨਾ ਹੈ। ਹੋ ਸਕਦਾ ਹੈ ਕਿਤੇ ਪਰਚੀਆਂ ਵੀ ਪੈ ਗਈਆਂ ਹੋਣ ਕਿ ਪਰਚੀਆਂ ਕੱਢ ਲਓ। ਹੋ ਸਕਦਾ ਕਿਤੇ ਮਨਮਟਾ ਵੀ ਹੋ ਗਿਆ ਹੋਵੇ ਕਿ ਭਾਈ ਮੈਂ ਬਣਨਾ ਸੀ ਗ੍ਰਹਿ ਮੰਤਰੀ, ਇਹ ਫਲਾਣੇ ਨੂੰ ਇਹਨਾਂ ਹਾਂ ਫੜਾਤੀ। ਹੋ ਸਕਦਾ ਹੈ, ਕੋਈ ਸ਼ੱਕ ਨਹੀਂਗਾ। ਪਰ ਉਹ ਜਿਹੜਾ ਵਹਿਮ ਸੀ, ਉਹ ਪੰਜਾਬ ਦੇ ਲੋਕਾਂ ਨੇ ਵਹਿਮ ਕੱਢ ਦਿੱਤਾ ਹੈ। ਜ਼ਮਾਨਤਾਂ ਜ਼ਬਤ ਕਰਾ ਕੇ ਵਹਿਮ ਕੱਢ ਦਿੱਤਾ ਹੈ ਕਿ ਇਹ ਗੱਲ ਲੋਕ ਮੰਨਦੇ ਨੇ ਕਿ ਪੋਲਿਟਿਕਸ ਜਿਹੜੀ ਉਹਦਾ ਚਿਹਰਾ ਅੱਜ ਦੀ ਘੜੀ 'ਚ ਕਾਲਾ ਹੈ, ਕਾਲੇ ਮੂੰਹ ਵਾਲੀ ਪੋਲਿਟਿਕਸ ਹੈ। ਕਿਸਾਨ ਆਗੂਆਂ ਨੂੰ ਇਸ ਕਾਲੇ ਮੂੰਹ ਵਾਲੀ ਪੋਲਿਟਿਕਸ ਦੇ ਵਿੱਚ ਲੋਕ ਨਹੀਂ ਵੇਖਣਾ ਚਾਹੁੰਦੇ। ਹੋਰ ਕੋਈ ਕਾਰਨ ਨਹੀਂ ਹੈਗਾ ਕਿ ਜਿਹੜੇ ਵੱਡੇ ਤੋਂ ਵੱਡੇ ਲੀਡਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ, ਕਈਆਂ ਨੂੰ ਤਾਂ 5-5 6-6 ਵੋਟਾਂ ਪਈਆਂ ਨੇ। ਤਾਂ ਮੈਨੂੰ ਇਹ ਗੱਲ 'ਚ ਕੋਈ ਤੁਹਾਡੀ, ਔਰ ਇਸ ਗੱਲ ਤੋਂ ਆਖਰੀ ਸਵਾਲ ਹੈ ਕਿ ਇਸ 'ਚ ਕੋਈ ਦੋ ਰਾਏ ਨਹੀਂ ਕਿ ਕਿਸਾਨ ਆਗੂ ਗੱਦਾਰ ਸੀਗੇ ਕੁਝ ਵਿੱਚ, ਔਰ ਤੁਸੀਂ ਚਿਹਰੇ ਨੰਗੇ ਜੇ ਕਰ ਰਹੇ ਹੋ ਤਾਂ ਅੱਗੇ ਵੀ ਇਹ ਚਿਹਰੇ ਨੰਗੇ ਹੋਣੇ ਚਾਹੀਦੇ, ਗੱਲਾਂ ਬਾਹਰ ਆਉਣੀਆਂ ਚਾਹੀਦੀਆਂ। ਬਿਲਕੁਲ ਜੀ। ਵੇਖੋ, ਇਹਦੀ ਸਜ਼ਾ ਸਾਨੂੰ ਭੁਗਤਣੀ ਪਏਗੀ ਔਰ ਅਸੀਂ ਭੁਗਤਣ ਲਈ ਤਿਆਰ ਆ। ਸਾਨੂੰ ਲੱਗਦਾ ਕਿ ਅਸੀਂ ਲੋਕਾਂ ਦੇ ਦੋਸ਼ੀ ਆ। ਬੇਸ਼ੱਕ ਨਿੱਜੀ ਤੌਰ ਤੇ ਅਸੀਂ ਉਹਦੇ ਵਿੱਚ ਸ਼ਾਮਲ ਨਹੀਂ ਆ, ਪਰ ਇਹਦੇ ਬਾਵਜੂਦ ਸਾਨੂੰ ਲੱਗਦਾ ਕਿ ਅਸੀਂ ਲੋਕਾਂ ਦੇ ਦੋਸ਼ੀ ਆ ਔਰ ਲੋਕਾਂ ਕੋਲੋਂ ਜੇ ਬਣਦੀ ਹੋਈ ਸਜ਼ਾ ਲਈ ਜਾਵੇ ਆਪਦੇ ਰਹਿੰਦਿਆਂ ਤਾਂ ਚੰਗੀ ਏ। ਤਾਂ ਅਸੀਂ ਇਸ ਗੱਲ ਲਈ ਬਿਲਕੁਲ ਤਿਆਰ ਆ ਕਿ ਇਸ ਜੋ ਵੀ ਵਰਤਾਰਾ ਘਟਿਆ, ਜੋ ਵੀ ਲੋਕ ਸਾਨੂੰ ਇਹਦੀ ਸਜ਼ਾ ਦੇਣੀ ਚਾਹਣ, ਅਸੀਂ ਖਿੜੇ ਮੱਥੇ ਲਵਾਂਗੇ। ਬੇਸ਼ੱਕ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਸੀ। ਅਸੀਂ ਕੱਲ ਵੀ ਇਮਾਨਦਾਰੀ ਨਾਲ ਕਿਸਾਨੀ ਲਈ ਲੜਦੇ ਸਾਂ, ਅੱਜ ਵੀ ਲੜਦੇ ਹਾਂ, ਕੱਲ ਵੀ ਲੜਦੇ ਰਵਾਂਗੇ। ਕਦੇ ਵੀ ਕਿਸੇ ਵੀ ਕਿਸਮ ਦਾ ਜਥੇਬੰਦੀ ਦੇ ਸੰਵਿਧਾਨ ਨੂੰ ਠੇਸ ਨਹੀਂ ਪਹੁੰਚਾਈ, ਕਦੇ ਵੀ ਲੋਕਾਂ ਦੇ ਵਿਸ਼ਵਾਸ ਨੂੰ ਠੇਸ ਨਹੀਂ ਪਹੁੰਚਾਈ। ਲੋਕਾਂ ਦੀ ਕਚਹਿਰੀ 'ਚ ਹਮੇਸ਼ਾ ਆਪਦੇ ਆਪ ਨੂੰ ਨੰਗੇ ਧੜ ਖੜਾ ਕੀਤਾ ਹੈ ਔਰ ਨੰਗੇ ਧੜ ਲੋਕਾਂ ਲਈ ਲੜੇ ਹਾਂ ਔਰ ਲੜਾਂਗੇ। ਪਰ ਇਹਦੇ ਬਾਵਜੂਦ ਤਿਆਰ ਹਾਂ ਕਿ ਜੋ ਲੋਕ ਸਾਡੇ ਲਈ ਫਤਵਾ ਦੇਣ, ਜੋ ਸਜ਼ਾ ਦੇਣ, ਭੁਗਤਣ ਲਈ ਤਿਆਰ ਹਾਂ। ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਤੇ ਤੁਹਾਡੀ ਪੋਜੀਸ਼ਨ ਕੀ ਹੈ? ਬਹੁਤ ਪਹਿਲਾਂ ਫੈਸਲਾ ਕਰ ਚੁੱਕੇ ਹਾਂ। ਬੰਦੀ ਸਿੰਘਾਂ ਦੀ ਰਿਹਾਈ ਲਈ ਉਸ ਮੋਰਚੇ ਦਾ ਹਰ ਕਿਸਮ ਨਾਲ ਡਟ ਕੇ ਸਾਥ ਦੇਵਾਂਗੇ ਔਰ ਨਾਲ ਲੋਕਾਂ ਨੂੰ ਵੀ ਸੁਨੇਹਾ ਲਾਇਆ ਹੈ ਕਿ ਲੋਕੋ, ਜਿੱਥੇ ਆਪਾਂ ਉਸ ਮੋਰਚੇ ਦਾ ਡਟ ਕੇ ਸਾਥ ਦੇਣਾ ਹੈ, ਉੱਥੇ ਨਾਲ ਸਾਡੀ ਅੱਜ ਦੀ ਘੜੀ ਇਹ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਕਿਤੇ ਇਹ ਫਿਰ ਉਹੀ ਸਾਪਣਾ ਬਣਾ ਕੇ ਰੱਖ ਲੈਣ ਕਿ ਜਿੱਦਣ ਜੀ ਕੀਤਾ ਪਟਾਰੀ 'ਚੋਂ ਕੱਢਿਆ, ਤਮਾਸ਼ਾ ਵਿਖਾਇਆ, ਚੰਦ ਟੁਕੜੇ ਹਾਸਲ ਕੀਤੇ ਤੇ ਪਟਾਰੀ 'ਚ ਪਾ ਕੇ ਫਿਰ ਰੱਖ ਦਿੱਤਾ। ਹੁਣ ਜੇ ਇਸ ਮਸਲੇ ਤੇ ਇਕੱਠੇ ਹੋਏ ਆ, ਲੜੇ ਆ, ਤਾਂ ਇਹਨੂੰ ਅੰਜਾਮ ਤੱਕ ਪਹੁੰਚਾਇਆ ਜਾ ਸਕਦਾ ਹੈ। ਬੰਦੀ ਸਿੱਖਾਂ ਦੀ ਰਿਹਾਈ ਕਰਾਈ ਜਾ ਸਕਦੀ ਹੈ। ਉਹਨਾਂ ਬੰਦੀ ਸਿੰਘਾਂ ਦਾ ਜਮਹੂਰੀ ਹੱਕ ਹੈ, ਉਹਨਾਂ ਦਾ ਹੱਕ ਹੈ ਜੇਲ੍ਹ ਚੋਂ ਬਾਹਰ ਆਉਣਾ। ਸਜ਼ਾ ਕੱਟ ਚੁੱਕੇ ਲੋਕਾਂ ਦਾ ਹੱਕ ਹੈ ਹਰ ਕਿਸਮ ਦਾ। ਬੰਦੀ ਸਿੱਖਾਂ ਦੇ ਨਾਲ ਅਸੀਂ ਇਹ ਵੀ ਕਹਾਂਗੇ, ਜਿਹੜਾ ਮਾਲੇਗਾਉਂ ਦੇ ਸਾਜ਼ਿਸ਼ ਕਰਤਾ ਕਹਿ ਕੇ ਤਾੜੇ ਹੋਏ ਲੋਕ ਨੇ, ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਹੋਰ ਜਿੱਥੇ ਕਿਤੇ ਆਦੀਵਾਸੀਆਂ ਨੂੰ ਤਾੜਿਆ ਹੋਇਆ, ਘੱਟ ਗਿਣਤੀਆਂ ਨੂੰ, ਚਾਹੇ ਕਸ਼ਮੀਰ ਦੇ ਨੇ, ਚਾਹੇ ਉਹ ਨਾਗਾਲੈਂਡ ਦੇ ਨੇ, ਜਿੱਥੇ ਵੀ ਜ਼ਬਰ ਹੋਇਆ ਹੈ, ਜਿੱਥੇ ਵੀ ਭਾਰਤ ਸਟੇਟ ਨੇ ਲੋਕਾਂ ਨੂੰ ਜਬਰੀ ਜੇਲ੍ਹਾਂ 'ਚ ਡੱਕਿਆ, ਸਾਰਿਆਂ ਦੀ ਰਿਹਾਈ ਹੋਣੀ ਚਾਹੀਦੀ ਹੈ। ਲੜਾਈ ਬੰਦੀ ਸਿੱਖਾਂ ਦੀ ਲੜਾਈ ਦੀ ਮੁਹਾਲੀ 'ਚ ਚੱਲ ਰਹੀ ਹੈ, ਉਹਦੇ 'ਚ ਅਸੀਂ ਪੂਰੀ ਤਰੀਕੇ ਨਾਲ ਸ਼ਾਮਲ ਹਾਂ। ਜਥੇ ਸਾਡੇ ਜਾ ਰਹੇ ਨੇ ਔਰ ਅਸੀਂ ਆ ਜਿਹੜਾ ਜਨਰਲ ਕੌਂਸਲ ਸੱਦ ਕੇ ਉਹਦੇ ਤੋਂ ਬਾਅਦ ਬਕਾਇਦਾ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ, ਜਾਵਾਂਗੇ ਉਹਦੇ ਵਿੱਚ। ਬਹੁਤ ਧੰਨਵਾਦ ਮਹਿਮਾ ਸਾਹਿਬ, ਸਮਾਂ ਦਿੱਤਾ ਤੁਸੀਂ। ਬਹੁਤ ਧੰਨਵਾਦ। ਬਹੁਤ ਸਾਰੀਆਂ ਗੱਲਾਂ ਆਪਣੇ ਦਿਲ ਦੀਆਂ ਵੀ ਕੀਤੀਆਂ ਔਰ ਅੰਦੋਲਨ ਨਾਲ ਜੁੜੀਆਂ ਬਹੁਤ ਅਹਿਮ ਜਾਣਕਾਰੀਆਂ ਦਿੱਤੀਆਂ ਨੇ ਤੁਸੀਂ। ਧੰਨਵਾਦ। ਧੰਨਵਾਦ ਜੀ, ਮਿਹਰਬਾਨੀ।